ਤੁਹਾਡਾ ਸਵਾਗਤ ਹੈ ਜੀ ਮੇਰੇ ਚੈਨਲ ਟੀਚਰਸ ਪੁਆਇੰਟ 'ਤੇ। ਦੋਸਤੋ, ਇਸ ਵੀਡੀਓ 'ਚ ਮੈਂ ਕੋਸ਼ਿਸ਼ ਕੀਤੀ ਹੈ ਕਿ ਪੰਜਾਬੀ ਅਤੇ ਇੰਗਲਿਸ਼ ਦੋਨੋਂ ਮੀਡੀਅਮਸ ਦਾ ਖਿਆਲ ਰੱਖਾਂ। ਦੋਸਤੋ, ਉਮੀਦ ਕਰਦਾ ਹਾਂ ਕਿ ਵੀਡੀਓ ਦੇ ਐਂਡ ਵਿੱਚ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋਗੇ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਵਿੱਚ ਜੋ ਮਾਸਟਰ ਕੇਡਰ 2020 ਦਾ ਇਸ਼ਤਿਹਾਰ ਜਾਰੀ ਹੋ ਚੁੱਕਾ ਹੈ ਅਤੇ ਆਉਣ ਵਾਲੇ ਕੁਝ ਦਿਨਾਂ ਬਾਅਦ ਇਹ ਪੇਪਰ ਵੀ ਹੋਣ ਜਾ ਰਿਹਾ ਹੈ। ਇਸ ਪੇਪਰ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਜੋ TGT ਸੋਸ਼ਲ ਸਾਇੰਸਿਸ ਹੈ ਉਸ ਦੇ ਬਾਰੇ ਪੜ੍ਹਾਂਗੇ। ਦੋਸਤੋ, ਇਹ ਪੇਪਰ 4 ਭਾਗਾਂ 'ਚ ਵੰਡਿਆ ਹੋਇਆ ਹੋਵੇਗਾ: ਸਿਵਿਕਸ, ਜਿਓਗ੍ਰਾਫੀ, ਇਕਨੋਮਿਕਸ ਅਤੇ ਹਿਸਟਰੀ। ਇਹਨਾਂ 4 ਭਾਗਾਂ ਨੂੰ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ, ਉਹਨਾਂ ਵਿੱਚੋਂ ਸਿਰਫ ਤੁਸੀਂ 2 ਭਾਗ ਕਰਨੇ ਹੋਣਗੇ। ਸੋ ਅੱਜ ਦਾ ਜੋ ਸਾਡਾ ਵਿਸ਼ਾ ਹੈ ਉਹ ਹੈ ਸਿਵਿਕਸ, ਮਤਲਬ ਪੋਲੀਟੀਕਲ ਸਾਇੰਸ। ਆਓ ਸਭ ਤੋਂ ਪਹਿਲਾਂ ਅਸੀਂ ਇਸ ਦੇ ਸਿਲੇਬਸ 'ਤੇ ਝਾਤੀ ਮਾਰਦੇ ਹਾਂ, ਜੋ ਸਿਲੇਬਸ ਸਾਨੂੰ ਪੇਪਰ ਵਿੱਚ ਪੁੱਛਿਆ ਜਾਣਾ ਹੈ। ਦੋਸਤੋ, ਇਹ ਸਿਲੇਬਸ ਸਾਨੂੰ ਵਿਭਾਗ ਦੀ ਵੈਬਸਾਈਟ ਤੋਂ ਵੀ ਆਸਾਨੀ ਨਾਲ ਮਿਲ ਸਕਦਾ ਹੈ। ਵੀਡੀਓ ਦੇ ਸ਼ੁਰੂ ਵਿੱਚ ਮੇਰਾ ਸਿਲੇਬਸ ਦੇਣ ਦਾ ਮਕਸਦ ਇਹੀ ਹੈ ਕਿ ਅਸੀਂ ਯੋਜਨਾਬੱਧ ਤਰੀਕੇ ਨਾਲ ਇਸ ਪੇਪਰ ਦੀ ਤਿਆਰੀ ਕਰੀਏ ਅਤੇ ਪੂਰੀ ਉਮੀਦ ਨਾਲ ਇਸ ਪੇਪਰ ਨੂੰ ਪਾਸ ਕਰਕੇ ਪੋਸਟ ਨੂੰ ਹਾਸਲ ਕਰੀਏ। ਸੋ ਦੋਸਤੋ, ਇਹ ਜੋ ਸਿਲੇਬਸ ਹੈ, ਆਓ ਇਸ 'ਤੇ ਇੱਕ ਝਾਤੀ ਮਾਰੀਏ। ਸੋ ਦੋਸਤੋ, ਅੱਜ ਜੋ ਹੈ ਅਸੀਂ ਸਿਵਿਕਸ ਦਾ ਪਹਿਲਾ ਟੌਪਿਕ ਜੋ ਸਿਟੀਜ਼ਨਸ਼ਿਪ, ਉਸ ਦੇ ਬਾਰੇ ਪੜ੍ਹਾਂਗੇ। ਮੀਨਿੰਗ ਆਫ ਸਿਟੀਜ਼ਨਸ਼ਿਪ, ਪ੍ਰਿੰਸੀਪਲਸ ਆਫ ਸਿਟੀਜ਼ਨਸ਼ਿਪ ਐਂਡ ਹਾਊ ਟੂ ਅਡੋਪਟ ਔਰ ਲੌਸ ਸਿਟੀਜ਼ਨਸ਼ਿਪ। ਸਿਟੀਜ਼ਨਸ਼ਿਪ ਭਾਵ ਨਾਗਰਿਕਤਾ ਦੀ ਪਰਿਭਾਸ਼ਾ ਨੂੰ ਅਗਰ ਦੇਖੀਏ ਤਾਂ ਪ੍ਰਾਚੀਨ ਸਮੇਂ ਤੋਂ ਹੁਣ ਤੱਕ ਇਸ ਵਿੱਚ ਬਹੁਤ ਬਦਲਾਵ ਹੁੰਦੇ ਆਏ ਨੇ, ਪਰ ਇਸ ਪੇਪਰ ਨੂੰ ਮੱਦੇਨਜ਼ਰ ਰੱਖਦੇ ਅਸੀਂ ਸਿਰਫ ਆਧੁਨਿਕ ਪਰਿਭਾਸ਼ਾ 'ਤੇ ਹੀ ਧਿਆਨ ਦੇਵਾਂਗੇ। ਸਿਟੀਜ਼ਨਸ਼ਿਪ ਪ੍ਰੋਵੀਜ਼ਨ ਦੇ ਅਨੁਸਾਰ ਦੇਸ਼ ਵਿੱਚ 2 ਤਰ੍ਹਾਂ ਦੇ ਲੋਕ ਹੋ ਸਕਦੇ ਹਨ। ਪਹਿਲੇ ਉਸ ਦੇਸ਼ ਦੇ ਨਾਗਰਿਕ, ਦੂਜੇ ਏਲੀਅਨਸ ਭਾਵ ਵਿਦੇਸ਼ੀ ਲੋਕ। ਵਿਦੇਸ਼ੀ ਲੋਕ ਕਿਸੇ ਵੀ ਕਾਰਨ ਕਰਕੇ, ਜਿਵੇਂ ਕਿ ਵਪਾਰ, ਪੜ੍ਹਾਈ, ਰਾਜਨੀਤਿਕ ਕਾਰਨਾਂ ਕਰਕੇ ਦੇਸ਼ ਵਿੱਚ ਰਹਿ ਰਹੇ ਹੁੰਦੇ ਹਨ, ਪਰ ਉਹਨਾਂ ਕੋਲ ਇਸ ਦੇਸ਼ ਦੀ ਨਾਗਰਿਕਤਾ ਨਹੀਂ ਹੁੰਦੀ। ਸੰਵਿਧਾਨਕ ਤੌਰ 'ਤੇ ਅਗਰ ਨਾਗਰਿਕ ਅਤੇ ਵਿਦੇਸ਼ੀ ਵਿੱਚ ਫਰਕ ਦੇਖੀਏ ਤਾਂ ਜੋ ਨਾਗਰਿਕ ਹੁੰਦੇ ਹਨ ਉਹਨਾਂ ਨੂੰ ਸੰਵਿਧਾਨ ਦੁਆਰਾ ਸਿਵਲ ਅਤੇ ਪੋਲੀਟੀਕਲ ਅਧਿਕਾਰ ਪ੍ਰਦਾਨ ਕੀਤੇ ਹੁੰਦੇ ਹਨ। ਆਧੁਨਿਕ ਜੋ ਧਾਰਨਾ ਹੈ ਨਾਗਰਿਕਤਾ ਦੀ, ਉਸ ਦੇ ਅਨੁਸਾਰ ਦੇਸ਼ ਦੇ ਵਾਸੀ ਪੂਰੀ ਤਰ੍ਹਾਂ ਆਜ਼ਾਦ ਹੁੰਦੇ ਹਨ। ਉਹਨਾਂ ਨੂੰ ਮੈਂਬਰਸ਼ਿਪ ਹੁੰਦੀ ਹੈ ਉਸ ਰਾਜ ਦੀ, ਮਤਲਬ ਕਿ ਉਹ ਕਿਸੇ ਵੀ ਤਰ੍ਹਾਂ ਦੇ ਸੰਵਿਧਾਨਕ ਪਦ ਉੱਤੇ ਨਿਯੁਕਤ ਹੋਣ ਦੇ ਕਾਬਲ ਹੁੰਦੇ ਹਨ। ਸੰਵਿਧਾਨਕ ਪਦ ਤੋਂ ਭਾਵ ਦੇਸ਼ ਦਾ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਜੱਜ, ਭਾਰਤ ਦਾ ਅਟਾਰਨੀ ਜਨਰਲ, ਰਾਜਾਂ ਦੇ ਗਵਰਨਰ ਅਤੇ ਐਡਵੋਕੇਟ ਜਨਰਲ ਆਦਿ ਸੰਵਿਧਾਨਕ ਪਦ ਹਨ। ਮੌਲਿਕ ਅਧਿਕਾਰਾਂ ਦੇ ਨਾਲ ਨਾਲ ਭਾਰਤੀ ਨਾਗਰਿਕਾਂ 'ਤੇ ਕੁਝ ਮੂਲ ਫਰਜ਼ ਵੀ ਨੇ, ਜਿਵੇਂ ਕਿ ਟੈਕਸ ਅਦਾ ਕਰਨਾ, ਰਾਸ਼ਟਰੀ ਝੰਡੇ ਅਤੇ ਰਾਸ਼ਟਰੀ ਗਾਨ ਦਾ ਆਦਰ ਕਰਨਾ, ਦੇਸ਼ ਦੀ ਸੰਪਰਭੂਤਾ ਅਤੇ ਅਖੰਡਤਾ ਦੀ ਰਾਖੀ ਕਰਨਾ, ਦੇਸ਼ ਦੇ ਸੰਵਿਧਾਨ ਦਾ ਆਦਰ ਕਰਨਾ ਆਦਿ। ਦੂਜੇ ਪਾਸੇ ਜੇਕਰ ਵਿਦੇਸ਼ੀਆਂ ਦੀ ਗੱਲ ਕਰੀਏ ਤਾਂ ਭਾਰਤੀ ਸੰਵਿਧਾਨ ਅਨੁਸਾਰ ਉਹਨਾਂ ਨੂੰ 2 ਵਰਗਾਂ ਵਿੱਚ ਰੱਖਿਆ ਜਾਂਦਾ ਹੈ। ਨੰਬਰ 1 ਫਰੈਂਡਲੀ ਏਲੀਅਨਸ ਭਾਵ ਦੋਸਤ ਵਿਦੇਸ਼ੀ, ਨੰਬਰ 2 ਐਨਮੀ ਏਲੀਅਨਸ ਭਾਵ ਦੁਸ਼ਮਣ ਵਿਦੇਸ਼ੀ। ਜੋ ਦੋਸਤ ਵਿਦੇਸ਼ੀ ਹਨ ਉਹਨਾਂ ਨੂੰ ਦੁਸ਼ਮਣ ਵਿਦੇਸ਼ੀਆਂ ਦੇ ਮੁਕਾਬਲੇ ਭਾਰਤ ਵਿੱਚ ਰਹਿਣ 'ਤੇ ਜ਼ਿਆਦਾ ਅਧਿਕਾਰ ਦਿੱਤੇ ਜਾਂਦੇ ਹਨ। ਅੱਗੇ ਸਵਾਲ ਇਹ ਉੱਠਦਾ ਹੈ ਕਿ ਕਿਹਨਾਂ ਵਿਅਕਤੀਆਂ ਨੂੰ ਭਾਰਤ ਦੇ ਨਾਗਰਿਕ ਮੰਨਿਆ ਜਾਵੇ। ਤਾਂ 1986 ਦੇ ਨਾਗਰਿਕਤਾ ਸੋਧ ਕਾਨੂੰਨ ਦੇ ਅਨੁਸਾਰ ਜੋ ਵਿਅਕਤੀ 26 ਜਨਵਰੀ 1950 ਨੂੰ ਜਾਂ ਉਸ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਪਰ 1 ਜੁਲਾਈ 1987 ਤੋਂ ਪਹਿਲਾਂ ਭਾਰਤ ਵਿੱਚ ਪੈਦਾ ਹੋਇਆ ਹੋਵੇ, ਚਾਹੇ ਉਸ ਦੇ ਮਾਂ-ਬਾਪ ਵਿਦੇਸ਼ੀ ਵੀ ਹੋਣ, ਫਿਰ ਵੀ ਉਹ ਭਾਰਤ ਦਾ ਨਾਗਰਿਕ ਮੰਨਿਆ ਜਾਊਗਾ। ਦੂਜਾ, ਅਗਰ ਕਿਸੇ ਵਿਅਕਤੀ ਦਾ ਜਨਮ 1 ਜੁਲਾਈ 1987 ਤੋਂ ਬਾਅਦ ਹੋਇਆ ਹੈ, ਉਸ ਦੇ ਮਾਂ-ਬਾਪ ਵਿੱਚੋਂ ਕੋਈ ਵੀ ਇੱਕ ਉਸ ਦੇ ਜਨਮ ਵੇਲੇ ਭਾਰਤ ਦਾ ਨਾਗਰਿਕ ਹੈ, ਤਾਂ ਵੀ ਉਹ ਵਿਅਕਤੀ ਭਾਰਤ ਦਾ ਨਾਗਰਿਕ ਮੰਨਿਆ ਜਾਊਗਾ। ਇਸ ਤੋਂ ਬਾਅਦ 2003 ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਅਨੁਸਾਰ ਜੋ ਵਿਅਕਤੀ ਭਾਰਤ ਵਿੱਚ ਪੈਦਾ ਹੋਇਆ
ਉਸ ਦੇ ਜਨਮ ਵੇਲੇ ਉਸ ਦੇ ਮਾਂ-ਬਾਪ ਦੋਨੋਂ ਜਾਂ ਉਹਨਾਂ ਵਿੱਚੋਂ ਕੋਈ ਇੱਕ ਭਾਰਤ ਦਾ ਨਾਗਰਿਕ ਹੋਵੇ ਅਤੇ ਦੂਜਾ ਗੈਰ ਕਾਨੂੰਨੀ ਤਰੀਕੇ ਨਾਲ ਭਾਰਤ ਵਿੱਚ ਨਾ ਰਹਿ ਰਿਹਾ ਹੋਵੇ ਤਾਂ ਵੀ ਉਹ ਵਿਅਕਤੀ ਜਮਾਂਦਰੂ ਤੌਰ 'ਤੇ ਭਾਰਤ ਦਾ ਨਾਗਰਿਕ ਮੰਨਿਆ ਜਾਵੇਗਾ। ਸਮਝਣ ਦੀ ਗੱਲ ਹੈ ਕਿ 2003 ਦੇ ਨਾਗਰਿਕਤਾ ਸੋਧ ਕਾਨੂੰਨ ਦੇ ਅਨੁਸਾਰ ਦੋਨਾਂ ਮਾਂ-ਬਾਪ ਦਾ ਭਾਰਤੀ ਨਾਗਰਿਕ ਹੋਣਾ ਜ਼ਰੂਰੀ ਹੈ ਜਾਂ ਫਿਰ ਉਹਨਾਂ ਦੋਨਾਂ ਵਿੱਚੋਂ ਕੋਈ ਇੱਕ ਨਾਗਰਿਕ ਹੋਵੇ ਅਤੇ ਦੂਜਾ ਗੈਰ ਕਾਨੂੰਨੀ ਤਰੀਕੇ ਨਾਲ ਭਾਰਤ ਵਿੱਚ ਨਾ ਰਹਿ ਰਿਹਾ ਹੋਵੇ ਤਾਂ ਉਸ ਪੈਦਾ ਹੋਏ ਬੱਚੇ ਨੂੰ ਭਾਰਤ ਦੀ ਨਾਗਰਿਕਤਾ ਮਿਲ ਜਾਂਦੀ ਹੈ। ਭਾਰਤੀ ਨਾਗਰਿਕਤਾ ਦੇ ਅਗਰ ਸੰਵਿਧਾਨਕ ਪ੍ਰਬੰਧ ਨੂੰ ਦੇਖੀਏ ਤਾਂ ਭਾਰਤੀ ਸੰਵਿਧਾਨ ਦੇ ਭਾਗ 2 ਵਿੱਚ ਮੌਜੂਦ ਆਰਟੀਕਲ 5 ਤੋਂ 11 ਤੱਕ ਭਾਰਤ ਦੀ ਨਾਗਰਿਕਤਾ ਦੀ ਵਿਆਖਿਆ ਕਰਦੇ ਹਨ। ਭਾਰਤ ਦਾ ਸੰਵਿਧਾਨ ਭਾਰਤ ਦੀ ਸੰਸਦ ਨੂੰ ਨਾਗਰਿਕਤਾ ਸੰਬੰਧੀ ਕਾਨੂੰਨ ਬਣਾਉਣ ਦਾ ਪੂਰਨ ਅਧਿਕਾਰ ਦਿੰਦਾ ਹੈ। 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਕਰਨ ਵੇਲੇ ਭਾਰਤ ਵਿੱਚ ਉਹਨਾਂ 4 ਵਰਗਾਂ ਵਿੱਚ ਵੰਡੇ ਲੋਕਾਂ ਨੂੰ ਭਾਰਤ ਦੇ ਨਾਗਰਿਕ ਮੰਨਿਆ ਗਿਆ, ਜਿਨ੍ਹਾਂ ਵਿੱਚ ਪਹਿਲਾ ਵਰਗ ਸੀ ਉਹਨਾਂ ਲੋਕਾਂ ਦਾ ਜੋ ਮੂਲ ਰੂਪ ਵਿੱਚ ਭਾਰਤ ਵਿੱਚ ਰਹਿੰਦੇ ਸਨ ਅਤੇ ਇਹਨਾਂ 3 ਸ਼ਰਤਾਂ ਵਿੱਚੋਂ ਕਿਸੇ ਵੀ ਇੱਕ ਸ਼ਰਤ ਨੂੰ ਪੂਰੀ ਕਰਦੇ ਸਨ। ਪਹਿਲੀ ਸ਼ਰਤ ਕਿ ਉਹਨਾਂ ਦਾ ਜਨਮ ਭਾਰਤੀ ਖੇਤਰ ਵਿੱਚ ਹੋਇਆ ਹੋਵੇ, ਦੂਜੀ ਜਾਂ ਉਹਨਾਂ ਦੇ ਮਾਂ-ਬਾਪ ਵਿੱਚੋਂ ਕਿਸੇ ਇੱਕ ਦਾ ਜਨਮ ਭਾਰਤ ਵਿੱਚ ਹੋਇਆ ਹੋਵੇ, ਤੀਜੀ ਜਾਂ ਉਹ ਭਾਰਤੀ ਸੰਵਿਧਾਨ ਲਾਗੂ ਹੋਣ ਤੋਂ ਪਹਿਲੇ 5 ਸਾਲ ਮਤਲਬ ਭਾਰਤੀ ਸੰਵਿਧਾਨ ਜਦੋਂ ਲਾਗੂ ਹੋਇਆ ਉਸ ਤੋਂ ਪਹਿਲਾਂ 5 ਸਾਲ ਤੋਂ ਉਹ ਭਾਰਤ ਵਿੱਚ ਰਹਿ ਰਹੇ ਹੋਣ, ਉਹਨਾਂ ਨੂੰ ਭਾਰਤ ਦੀ ਨਾਗਰਿਕਤਾ ਦਿੱਤੀ ਗਈ। ਦੂਜੇ ਵਰਗ ਵਿੱਚ ਉਹਨਾਂ ਸਾਰੇ ਵਿਅਕਤੀਆਂ ਨੂੰ ਰੱਖਿਆ ਗਿਆ ਜੋ ਪਾਕਿਸਤਾਨ ਤੋਂ ਭਾਰਤ ਆਏ। ਜੇਕਰ ਉਹਨਾਂ ਦੇ ਮਾਂ-ਬਾਪ ਜਾਂ ਦਾਦਾ-ਦਾਦੀ ਵਿੱਚੋਂ ਕੋਈ ਵੀ ਇੱਕ ਅਣਵੰਡੇ ਭਾਰਤ ਵਿੱਚ ਪੈਦਾ ਹੋਇਆ ਹੋਵੇ ਤਾਂ ਉਹ ਅੱਗੇ ਦੱਸੀ ਕੋਈ ਵੀ ਇੱਕ ਸ਼ਰਤ ਪੂਰੀ ਕਰਦੇ ਹੋਣ, ਜਿਨ੍ਹਾਂ ਵਿੱਚ ਪਹਿਲੀ ਸ਼ਰਤ ਸੀ ਕਿ ਜੇਕਰ ਉਹ 19 ਜੁਲਾਈ 1948 ਤੋਂ ਪਹਿਲਾਂ ਭਾਰਤ ਆਏ ਅਤੇ ਭਾਰਤ ਆਉਣ ਤੋਂ ਬਾਅਦ ਉਹ ਸਧਾਰਨ ਤਰੀਕੇ ਨਾਲ ਭਾਰਤ ਵਿੱਚ ਰਹਿ ਰਹੇ ਹੋਣ ਤਾਂ ਉਹਨਾਂ ਨੂੰ ਭਾਰਤ ਦੀ ਨਾਗਰਿਕਤਾ ਦੇ ਦਿੱਤੀ ਗਈ। ਦੂਜੀ ਸ਼ਰਤ, ਜੇਕਰ ਉਹ 19 ਜੁਲਾਈ 1948 ਨੂੰ ਜਾਂ ਉਸ ਤੋਂ ਬਾਅਦ ਭਾਰਤ ਆਏ ਅਤੇ ਉਹਨਾਂ ਨੇ ਲਗਾਤਾਰ 6 ਮਹੀਨੇ ਭਾਰਤ ਵਿੱਚ ਰਹਿਣ ਤੋਂ ਬਾਅਦ ਆਪਣੀ ਨਾਗਰਿਕਤਾ ਸੰਬੰਧੀ ਅਰਜ਼ੀ ਲਗਾਈ ਤਾਂ ਉਹਨਾਂ ਨੂੰ ਭਾਰਤ ਦੀ ਨਾਗਰਿਕਤਾ ਦੇ ਦਿੱਤੀ ਗਈ। ਨਾਗਰਿਕਤਾ ਸੰਬੰਧੀ ਅਰਜ਼ੀ ਤੋਂ ਭਾਵ ਕਿ ਉਹ 19 ਜੁਲਾਈ 1948 ਨੂੰ ਜਾਂ ਉਸ ਤੋਂ ਬਾਅਦ ਭਾਰਤ ਵਿੱਚ ਆ ਕੇ ਲਗਾਤਾਰ 6 ਮਹੀਨੇ ਭਾਰਤ ਵਿੱਚ ਰਹਿਣ ਤੋਂ ਬਾਅਦ ਨਾਗਰਿਕ ਹੋਣ ਲਈ ਆਪਣੀ ਰਜਿਸਟ੍ਰੇਸ਼ਨ ਕਰਵਾਉਣਗੇ। ਯਾਦ ਰਹੇ ਕਿ ਇਹ 6 ਮਹੀਨੇ ਦਾ ਸਮਾਂ 26 ਜਨਵਰੀ 1950 ਤੋਂ ਪਹਿਲਾਂ ਦਾ ਹੋਣਾ ਚਾਹੀਦਾ ਹੈ। ਇਹ ਪ੍ਰਬੰਧ ਭਾਰਤੀ ਸੰਵਿਧਾਨ ਦੇ ਆਰਟੀਕਲ 6 ਵਿੱਚ ਦਰਜ ਹੈ। ਤੀਜੇ ਵਰਗ ਵਿੱਚ ਉਹਨਾਂ ਸਾਰੇ ਨਾਗਰਿਕਾਂ ਨੂੰ ਰੱਖਿਆ ਗਿਆ ਜੋ 1 ਮਾਰਚ 1947 ਤੋਂ ਬਾਅਦ ਭਾਰਤ ਤੋਂ ਪਾਕਿਸਤਾਨ ਚਲੇ ਗਏ, ਪਰ ਫਿਰ ਵਾਪਸ ਭਾਰਤ ਆ ਕੇ ਮੁੜ ਵਸਣ ਲਈ ਉਹਨਾਂ ਨੇ ਲਗਾਤਾਰ 6 ਮਹੀਨੇ ਭਾਰਤ ਵਿੱਚ ਰਹਿਣ ਤੋਂ ਬਾਅਦ ਆਪਣੇ ਆਪ ਨੂੰ ਨਾਗਰਿਕ ਰਜਿਸਟਰਡ ਕਰਵਾਉਣ ਲਈ ਅਰਜ਼ੀ ਦਾਖਲ ਕੀਤੀ। ਇੱਥੇ ਸ਼ਰਤ ਇਹ ਸੀ ਕਿ ਉਹ ਵਾਪਸ ਆਉਣ ਤੋਂ 6 ਮਹੀਨੇ ਬਾਅਦ ਮਤਲਬ ਲਗਾਤਾਰ 6 ਮਹੀਨੇ ਭਾਰਤ ਵਿੱਚ ਰਹਿਣ ਤੋਂ ਬਾਅਦ ਆਪਣੀ ਅਰਜ਼ੀ ਨਾਗਰਿਕ ਰਜਿਸਟਰ ਹੋਣ ਲਈ ਲਗਾ ਸਕਦੇ ਸਨ। ਇਹ ਸਾਰਾ ਪ੍ਰਬੰਧ ਆਰਟੀਕਲ 7 ਵਿੱਚ ਦਰਜ ਹੈ। ਚੌਥੇ ਵਰਗ ਵਿੱਚ ਉਹ ਸਾਰੇ ਵਿਅਕਤੀ ਆਉਂਦੇ ਹਨ ਜੋ ਭਾਰਤ ਵਿੱਚ ਤਾਂ ਨਹੀਂ ਰਹਿ ਰਹੇ ਪਰ ਉਹਨਾਂ ਦੇ ਦਾਦਾ ਦਾਦੀ ਜਾਂ ਮਾਂ-ਬਾਪ ਦੋਨੋਂ ਭਾਰਤ ਵਿੱਚ ਮਤਲਬ ਅਣਵੰਡੇ ਭਾਰਤ ਵਿੱਚ ਪੈਦਾ ਹੋਏ ਹੋਣ, ਉਹ ਵੀ ਭਾਰਤ ਦੀ ਨਾਗਰਿਕਤਾ ਹਾਸਲ ਕਰ ਸਕਦੇ ਹਨ। ਪਾਕਿਸਤਾਨ ਤੋਂ ਇਲਾਵਾ ਉਹ ਕਿਸੇ ਵੀ ਦੇਸ਼ ਵਿੱਚ ਰਹਿ ਰਹੇ ਹੋਣ ਤਾਂ ਉਹ ਉੱਥੋਂ ਦੇ ਭਾਰਤੀ ਰਾਜਦੂਤ ਕੋਲ ਆਪਣਾ ਨਾਮ ਰਜਿਸਟਰਡ ਕਰਵਾ ਕੇ
ਭਾਰਤ ਦੀ ਨਾਗਰਿਕਤਾ ਹਾਸਲ ਕਰ ਸਕਦੇ ਹਨ। ਭਾਰਤੀ ਸੰਵਿਧਾਨ ਦਾ ਆਰਟੀਕਲ 8 ਇਸ ਪ੍ਰਬੰਧ ਨੂੰ ਦਰਸਾਉਂਦਾ ਹੈ। ਆਰਟੀਕਲ 9 ਦੇ ਅਨੁਸਾਰ ਉਹਨਾਂ ਵਿਅਕਤੀਆਂ ਨੂੰ ਭਾਰਤ ਦੇ ਨਾਗਰਿਕ ਨਹੀਂ ਮੰਨਿਆ ਗਿਆ ਜਿਨ੍ਹਾਂ ਨੇ 26 ਜਨਵਰੀ 1950 ਮਤਲਬ ਸੰਵਿਧਾਨ ਲਾਗੂ ਹੋਣ ਦੀ ਮਿਤੀ ਤੋਂ ਪਹਿਲਾਂ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਸਵੈ ਇੱਛਾ ਨਾਲ ਹਾਸਲ ਕਰ ਲਈ ਸੀ। ਭਾਵ ਉਹਨਾਂ ਨੂੰ ਆਰਟੀਕਲ 5, 6 ਅਤੇ 8 ਦੇ ਪ੍ਰਬੰਧ ਅਧੀਨ ਭਾਰਤ ਦੀ ਨਾਗਰਿਕਤਾ ਨਹੀਂ ਦਿੱਤੀ ਜਾਣੀ ਸੀ। ਆਰਟੀਕਲ 10 ਸਾਨੂੰ ਦੱਸਦਾ ਹੈ ਕਿ ਆਰਟੀਕਲ 5, 6, 7 ਅਤੇ 8 ਦੇ ਪ੍ਰਬੰਧ ਅਧੀਨ ਜੋ ਨਾਗਰਿਕਤਾ ਭਾਰਤੀ ਨਾਗਰਿਕਾਂ ਨੂੰ ਦਿੱਤੀ ਗਈ ਉਹ ਸਬਜੈਕਟ ਟੂ ਪਾਰਲੀਮੈਂਟ ਹੋਵੇਗੀ। ਕਹਿਣ ਦਾ ਭਾਵ ਉਹ ਸੰਸਦ 'ਤੇ ਨਿਰਭਰ ਕਰੇਗੀ। ਸੰਸਦ ਦੁਆਰਾ ਬਣਾਇਆ ਕੋਈ ਵੀ ਕਾਨੂੰਨ ਭਾਰਤੀ ਨਾਗਰਿਕਤਾ ਉੱਪਰ ਲਾਗੂ ਹੋਵੇਗਾ। ਆਰਟੀਕਲ 11 ਦੇ ਅਨੁਸਾਰ ਭਾਰਤੀ ਸੰਸਦ 26 ਜਨਵਰੀ 1950 ਤੋਂ ਬਾਅਦ ਮਤਲਬ ਭਾਰਤੀ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਨਾਗਰਿਕਤਾ ਉੱਪਰ ਕਾਨੂੰਨ ਬਣਾ ਸਕਦੀ ਹੈ। ਭਾਰਤੀ ਸੰਸਦ ਕੋਲ ਪੂਰਨ ਸ਼ਕਤੀ ਹੈ ਕਿ ਉਹ ਇਹ ਨਿਸ਼ਚਿਤ ਕਰ ਸਕਦੀ ਹੈ ਕਿ ਕਿਸ ਵਿਅਕਤੀ ਨੂੰ ਨਾਗਰਿਕਤਾ ਦੇਣੀ ਹੈ ਜਾਂ ਕਿਸ ਵਿਅਕਤੀ ਦੀ ਨਾਗਰਿਕਤਾ ਰੱਦ ਕਰਨੀ ਹੈ। ਜ਼ਿਕਰਯੋਗ ਹੈ ਕਿ ਆਰਟੀਕਲ 5, 6, 7 ਅਤੇ 8 26 ਜਨਵਰੀ 1950 ਤੱਕ ਭਾਰਤ ਵਿੱਚ ਰਹਿ ਰਹੇ ਲੋਕਾਂ ਦੀ ਨਾਗਰਿਕਤਾ ਨਿਸ਼ਚਿਤ ਕਰਦੇ ਹਨ। ਭਵਿੱਖ ਵਿੱਚ ਭਾਰਤ ਦੇ ਨਾਗਰਿਕ ਕੌਣ ਹੋਣਗੇ ਜਾਂ ਕੌਣ ਨਹੀਂ ਹੋਣਗੇ ਇਹ ਆਰਟੀਕਲ 10 ਅਤੇ 11 ਦੇ ਅਨੁਸਾਰ ਭਾਰਤ ਦੀ ਸੰਸਦ ਤੈਅ ਕਰੂਗੀ। ਸੋ ਭਾਰਤ ਦੀ ਸੰਸਦ ਨੇ 1955 ਵਿੱਚ ਪਹਿਲਾ ਨਾਗਰਿਕਤਾ ਕਾਨੂੰਨ ਪਾਸ ਕੀਤਾ ਜਿਸ ਨੂੰ ਸਿਟੀਜ਼ਨਸ਼ਿਪ ਐਕਟ 1955 ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਐਕਟ ਵਿੱਚ ਅੱਗੇ ਕਾਫੀ ਸੋਧਾਂ ਵੀ ਹੋਈਆਂ ਜਿਵੇਂ ਕਿ 1957 ਵਿੱਚ ਦੂਜੀ ਸੋਧ 1960, ਤੀਜੀ 1985, 1986, 1992, 2003, 2005 ਅਤੇ 2015। ਨਾਗਰਿਕਤਾ ਕਾਨੂੰਨ 1955 ਲਾਗੂ ਹੋਣ ਤੋਂ ਬਾਅਦ ਭਾਰਤ ਵਿੱਚ ਨਾਗਰਿਕਤਾ ਇਸੀ ਕਾਨੂੰਨ ਦੇ ਆਧਾਰ 'ਤੇ ਜਾਂ ਇਸ ਤੋਂ ਬਾਅਦ ਇਸ ਵਿੱਚ ਹੋਈਆਂ ਸੋਧਾਂ ਦੇ ਆਧਾਰ 'ਤੇ ਦਿੱਤੀ ਜਾਂਦੀ ਹੈ। ਇਸ ਵਿੱਚ ਹੁਣ ਤੱਕ 8 ਸੋਧਾਂ ਹੋ ਚੁੱਕੀਆਂ ਹਨ। 9ਵੀਂ ਸੋਧ ਜੋ ਮੌਜੂਦਾ ਸਰਕਾਰ ਹੈ ਉਹ ਕਰਨ ਜਾ ਰਹੀ ਹੈ। ਨਾਗਰਿਕਤਾ ਕਾਨੂੰਨ 1955 ਭਾਰਤ ਦੀ ਨਾਗਰਿਕਤਾ ਹਾਸਲ ਕਰਨ ਅਤੇ ਕਿਸੇ ਵੀ ਵਿਅਕਤੀ ਦੀ ਨਾਗਰਿਕਤਾ ਖਤਮ ਕਰਨ ਦੀਆਂ ਸਾਰੀਆਂ ਮੱਦਾਂ ਨਿਸ਼ਚਿਤ ਕਰਦਾ ਹੈ। ਨਾਗਰਿਕਤਾ ਕਾਨੂੰਨ 1955 ਦੇ ਮੂਲ ਖਰੜੇ ਵਿੱਚ ਕਾਮਨਵੈਲਥ ਦੇਸ਼ਾਂ ਦੇ ਨਾਗਰਿਕਾਂ ਲਈ ਵੀ ਭਾਰਤ ਦੀ ਨਾਗਰਿਕਤਾ ਹਾਸਲ ਕਰਨ ਦਾ ਪ੍ਰਬੰਧ ਸੀ, ਪਰ 2003 ਦੀ ਨਾਗਰਿਕਤਾ ਕਾਨੂੰਨ ਸੋਧ ਦੇ ਬਾਅਦ ਇਹ ਪ੍ਰਕਿਰਿਆ ਕਾਨੂੰਨ ਵਿੱਚੋਂ ਖਤਮ ਕਰ ਦਿੱਤੀ ਗਈ। ਹੁਣ ਗੱਲ ਕਰਦੇ ਹਾਂ ਜੀ ਸਿਟੀਜ਼ਨਸ਼ਿਪ ਐਕਟ 1955 ਦੇ ਅਨੁਸਾਰ ਭਾਰਤ ਦੀ ਨਾਗਰਿਕਤਾ ਕਿਸ ਤਰ੍ਹਾਂ ਹਾਸਲ ਕੀਤੀ ਜਾ ਸਕਦੀ ਹੈ। ਇੱਥੇ ਇਹ ਗੱਲ ਨੋਟ ਕਰੋ ਜੀ 1955 ਦੇ ਸਿਟੀਜ਼ਨਸ਼ਿਪ ਐਕਟ ਤੋਂ ਬਾਅਦ ਉਸ ਵਿੱਚ ਹੁਣ ਤੱਕ 8 ਵਾਰ ਸੋਧਾਂ ਕੀਤੀਆਂ ਜਾ ਚੁੱਕੀਆਂ ਹਨ। ਉਹਨਾਂ ਸੋਧਾਂ ਦੇ ਆਧਾਰ 'ਤੇ ਵੀ ਭਾਰਤ ਦੀ ਨਾਗਰਿਕਤਾ ਹਾਸਲ ਕਰਨ ਦੇ ਤਰੀਕਿਆਂ ਵਿੱਚ ਸਮੇਂ-ਸਮੇਂ ਬਦਲਾਵ ਹੁੰਦਾ ਗਿਆ। ਪ੍ਰੈਜ਼ੈਂਟ ਮਤਲਬ ਮੌਜੂਦਾ ਸਮੇਂ ਵਿੱਚ ਭਾਰਤ ਦੀ ਨਾਗਰਿਕਤਾ ਕਿਸ ਤਰ੍ਹਾਂ ਹਾਸਲ ਕੀਤੀ ਜਾ ਸਕਦੀ ਹੈ ਉਸ ਦੀ ਗੱਲ ਕਰਦੇ ਹਾਂ। ਸਿਟੀਜ਼ਨਸ਼ਿਪ ਐਕਟ ਦੇ ਅਨੁਸਾਰ ਭਾਰਤ ਦੀ ਨਾਗਰਿਕਤਾ 5 ਤਰੀਕਿਆਂ ਨਾਲ ਹਾਸਲ ਕੀਤੀ ਜਾ ਸਕਦੀ ਹੈ। ਪਹਿਲਾ ਤਰੀਕਾ ਹੈ ਜੀ ਬਾਏ ਬਰਥ ਮਤਲਬ ਜਨਮ ਦੁਆਰਾ, ਦੂਜਾ ਬਾਏ ਡੀਸੈਂਟ ਮਤਲਬ ਵੰਸ਼ ਦੁਆਰਾ, ਤੀਜਾ ਰਜਿਸਟ੍ਰੇਸ਼ਨ ਦੁਆਰਾ, ਚੌਥਾ ਨੈਚੁਰਲਾਈਜੇਸ਼ਨ ਅਤੇ ਪੰਜਵਾਂ ਤਰੀਕਾ ਹੈ ਜੀ ਇਨਕੋਰਪੋਰੇਸ਼ਨ ਆਫ ਦਾ ਟੈਰੀਟਰੀਜ਼ ਮਤਲਬ ਕਿਸੇ ਰਾਜ ਦਾ ਜਾਂ ਕਿਸੇ ਖਿੱਤੇ ਦਾ ਜੋ ਵਿਦੇਸ਼ੀ ਪਾਰਟ ਹੈ ਉਸ ਦਾ ਭਾਰਤ ਵਿੱਚ ਮਿਲ ਜਾਣ 'ਤੇ ਉਸ ਖਿੱਤੇ ਵਿੱਚ ਰਹਿੰਦੇ ਲੋਕਾਂ ਨੂੰ ਭਾਰਤ ਦੀ ਨਾਗਰਿਕਤਾ ਮਿਲ ਜਾਂਦੀ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਬਾਏ ਬਰਥ ਭਾਰਤ ਦੀ ਨਾਗਰਿਕਤਾ ਕਿਸ ਤਰ੍ਹਾਂ ਪ੍ਰਾਪਤ ਕੀਤੀ ਜਾ ਸਕਦੀ ਹੈ। ਜਨਮ ਦੇ ਆਧਾਰ 'ਤੇ ਭਾਰਤ ਦੀ ਨਾਗਰਿਕਤਾ 3 ਤਰੀਕਿਆਂ ਨਾਲ ਮਿਲਦੀ ਹੈ। ਪਹਿਲਾ, ਅਗਰ ਕਿਸੇ ਬੱਚੇ ਦਾ ਜਨਮ ਭਾਰਤ ਵਿੱਚ 26 ਜਨਵਰੀ 1950 ਨੂੰ ਜਾਂ ਉਸ ਤੋਂ ਬਾਅਦ ਪਰ 1 ਜੁਲਾਈ 1987 ਤੋਂ ਪਹਿਲਾਂ ਹੋਇਆ ਹੋਵੇ ਉਹ ਭਾਰਤ ਦਾ ਨਾਗਰਿਕ ਮੰਨਿਆ ਜਾਵੇਗਾ। ਇੱਥੇ ਉਸ ਦੇ ਮਾਂ-ਬਾਪ ਦਾ ਭਾਰਤੀ ਨਾਗਰਿਕ ਹੋਣਾ ਮੈਟਰ ਨਹੀਂ ਕਰਦਾ। ਮੈਂ ਫਿਰ ਰਿਪੀਟ ਕਰਦਾ ਜੀ ਇਹ ਡੇਟ ਨੋਟ ਕਰੋ 26 ਜਨਵਰੀ 1950 ਜਾਂ ਉਸ ਤੋਂ ਬਾਅਦ ਪਰ 1 ਜੁਲਾਈ 1987 ਤੋਂ ਪਹਿਲਾਂ ਅਗਰ ਕਿਸੇ ਬੱਚੇ ਦਾ ਜਨਮ ਭਾਰਤ ਵਿੱਚ ਹੁੰਦਾ ਹੈ ਤਾਂ ਉਸ ਨੂੰ ਭਾਰਤ ਦੀ ਨਾਗਰਿਕਤਾ ਜਨਮ ਦੇ ਆਧਾਰ 'ਤੇ ਮਿਲ ਜਾਂਦੀ ਹੈ। ਉਸ ਤੋਂ ਬਾਅਦ
ਅਗਰ ਕਿਸੇ ਬੱਚੇ ਦਾ ਜਨਮ 1 ਜੁਲਾਈ 1987 ਤੋਂ ਬਾਅਦ ਭਾਰਤ ਵਿੱਚ ਹੁੰਦਾ ਹੈ ਤਦ ਉੱਥੇ ਇੱਕ ਸ਼ਰਤ ਲਾਗੂ ਹੁੰਦੀ ਹੈ ਕਿ ਉਸ ਦੇ ਮਾਂ-ਬਾਪ ਵਿੱਚੋਂ ਕਿਸੇ ਇੱਕ ਦਾ ਉਸ ਬੱਚੇ ਦੇ ਜਨਮ ਵੇਲੇ ਭਾਰਤ ਦਾ ਨਾਗਰਿਕ ਹੋਣਾ ਜ਼ਰੂਰੀ ਹੈ। ਤੀਜਾ, ਅਗਰ ਕਿਸੇ ਬੱਚੇ ਦਾ ਜਨਮ 3 ਦਸੰਬਰ 2004 ਨੂੰ ਜਾਂ ਉਸ ਤੋਂ ਬਾਅਦ ਹੁੰਦਾ ਹੈ, ਇੱਥੇ ਉਸ 'ਤੇ ਇੱਕ ਸ਼ਰਤ ਇਹ ਲਾਗੂ ਹੁੰਦੀ ਹੈ ਕਿ ਉਸ ਦੇ ਜਨਮ ਵੇਲੇ ਉਸ ਦੇ ਮਾਂ-ਬਾਪ ਦੋਨਾਂ ਦਾ ਭਾਰਤ ਦਾ ਨਾਗਰਿਕ ਹੋਣਾ ਜ਼ਰੂਰੀ ਹੈ ਜਾਂ ਦੋਨਾਂ ਵਿੱਚੋਂ ਕਿਸੇ ਇੱਕ ਕੋਲ ਭਾਰਤ ਦੀ ਨਾਗਰਿਕਤਾ ਹੋਵੇ ਅਤੇ ਦੂਜਾ ਗੈਰ ਕਾਨੂੰਨੀ ਤਰੀਕੇ ਨਾਲ ਭਾਰਤ ਵਿੱਚ ਨਾ ਰਹਿ ਰਿਹਾ ਹੋਵੇ। ਇਹ ਜੋ ਮੱਦ ਹੈ, ਇਹ ਸੰਵਿਧਾਨ ਜੋ ਸਿਟੀਜ਼ਨਸ਼ਿਪ ਐਕਟ ਹੈ ਉਸ ਵਿੱਚ 6ਵੀਂ ਸੋਧ ਜੋ 2003 ਵਿੱਚ ਕੀਤੀ ਗਈ ਉਸ ਤੋਂ ਬਾਅਦ ਸ਼ਾਮਲ ਕੀਤੀ ਗਈ ਕਿ ਕੋਈ ਵੀ ਬੱਚਾ ਜਿਸ ਦਾ ਜਨਮ ਭਾਰਤ ਵਿੱਚ ਹੁੰਦਾ ਹੈ ਉਸ ਦੇ ਜਨਮ ਵੇਲੇ ਉਸ ਦੇ ਮਾਂ-ਬਾਪ ਦਾ ਭਾਰਤੀ ਨਾਗਰਿਕ ਹੋਣਾ ਜ਼ਰੂਰੀ ਹੈ ਜਾਂ ਫਿਰ ਉਸ ਦੇ ਮਾਂ-ਬਾਪ ਵਿੱਚੋਂ ਕਿਸੇ ਇੱਕ ਕੋਲ ਭਾਰਤ ਦੀ ਨਾਗਰਿਕਤਾ ਹੋਵੇ ਅਤੇ ਦੂਜਾ ਗੈਰ ਕਾਨੂੰਨੀ ਤਰੀਕੇ ਨਾਲ ਭਾਰਤ ਵਿੱਚ ਨਾ ਰਹਿ ਰਿਹਾ ਹੋਵੇ, ਉਹ ਭਾਰਤ ਦਾ ਨਾਗਰਿਕ ਮੰਨਿਆ ਜਾਵੇਗਾ। ਇੱਥੇ ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਜਿੰਨੇ ਵੀ ਵਿਦੇਸ਼ੀ ਡਿਪਲੋਮੈਟਸ ਮਤਲਬ ਵਿਦੇਸ਼ੀ ਰਾਜਦੂਤ ਭਾਰਤ ਵਿੱਚ ਪੋਸਟਡ ਨੇ ਉਹਨਾਂ ਦੇ ਬੱਚਿਆਂ ਨੂੰ ਭਾਰਤ ਦੀ ਨਾਗਰਿਕਤਾ ਜਨਮ ਦੇ ਆਧਾਰ 'ਤੇ ਨਹੀਂ ਮਿਲਦੀ। ਇਸ ਤੋਂ ਇਲਾਵਾ ਜੋ ਐਨਮੀ ਏਲੀਅਨਸ ਮਤਲਬ ਦੁਸ਼ਮਣ ਦੇਸ਼ਾਂ ਦੇ ਵਾਸੀ ਨੇ ਉਹਨਾਂ ਦੇ ਬੱਚਿਆਂ ਦਾ ਜਨਮ ਬੇਸ਼ੱਕ ਭਾਰਤ ਵਿੱਚ ਹੋਇਆ ਪਰ ਉਹਨਾਂ ਬੱਚਿਆਂ ਨੂੰ ਵੀ ਜਨਮ ਦੇ ਆਧਾਰ 'ਤੇ ਭਾਰਤ ਦੀ ਨਾਗਰਿਕਤਾ ਨਹੀਂ ਮਿਲ ਸਕਦੀ। ਹੁਣ ਗੱਲ ਕਰਦੇ ਹਾਂ ਜੀ ਦੂਜਾ ਤਰੀਕਾ, ਉਹ ਹੈ ਵੰਸ਼ ਦੇ ਆਧਾਰ 'ਤੇ ਮਤਲਬ ਬਾਈ ਡੀਸੈਂਟ। ਅਗਰ ਕੋਈ ਬੱਚਾ ਭਾਰਤ ਤੋਂ ਬਾਹਰ, ਨੋਟ ਕਰਨਾ ਭਾਰਤ ਦੇ ਅੰਦਰ ਨਹੀਂ ਭਾਰਤ ਤੋਂ ਬਾਹਰ ਪੈਦਾ ਹੁੰਦਾ ਹੈ ਉਸ ਨੂੰ ਵੀ ਭਾਰਤ ਦੀ ਨਾਗਰਿਕਤਾ ਵੰਸ਼ ਦੇ ਆਧਾਰ 'ਤੇ ਮਿਲ ਸਕਦੀ ਹੈ। ਉਸ ਲਈ ਸ਼ਰਤਾਂ ਇਸ ਤਰ੍ਹਾਂ ਨੇ। ਅਗਰ ਕੋਈ ਬੱਚਾ 26 ਜਨਵਰੀ 1950 ਪਰ 10 ਦਸੰਬਰ 1992 ਤੋਂ ਪਹਿਲਾਂ, ਯਾਦ ਰੱਖਣਾ ਮਿਤੀ 26 ਜਨਵਰੀ 1950 ਨੂੰ ਜਾਂ ਉਸ ਤੋਂ ਬਾਅਦ ਪਰ 10 ਦਸੰਬਰ 1992 ਨੂੰ ਭਾਰਤ ਤੋਂ ਬਾਹਰ ਵੀ ਪੈਦਾ ਹੁੰਦਾ ਹੈ ਪਰ ਉਸ ਦੇ ਜਨਮ ਵੇਲੇ ਜੇਕਰ ਉਸ ਦੇ ਪਿਤਾ ਕੋਲ ਭਾਰਤ ਦੀ ਨਾਗਰਿਕਤਾ ਹੈ ਤਾਂ ਬੱਚੇ ਨੂੰ ਵੀ ਭਾਰਤ ਦਾ ਨਾਗਰਿਕ ਮੰਨਿਆ ਜਾਵੇਗਾ। ਇਸ ਤੋਂ ਬਾਅਦ ਅਗਰ ਕਿਸੇ ਬੱਚੇ ਦਾ ਜਨਮ 10 ਦਸੰਬਰ ਨੂੰ ਜਾਂ 10 ਦਸੰਬਰ 1992 ਤੋਂ ਬਾਅਦ ਭਾਰਤ ਤੋਂ ਬਾਹਰ ਹੋਇਆ ਹੈ, ਅਗਰ ਉਸ ਦੇ ਮਾਂ-ਬਾਪ ਵਿੱਚੋਂ ਕਿਸੇ ਵੀ ਇੱਕ ਕੋਲ ਭਾਰਤ ਦੀ ਨਾਗਰਿਕਤਾ ਉਸ ਦੇ ਜਨਮ ਵੇਲੇ ਹੈ ਤਾਂ ਉਸ ਬੱਚੇ ਨੂੰ ਵੀ ਭਾਰਤ ਦਾ ਨਾਗਰਿਕ ਮੰਨਿਆ ਜਾਵੇਗਾ। ਯਾਦ ਕਰੋ ਡੇਟ, ਅਗਰ ਕੋਈ ਬੱਚਾ ਭਾਰਤ ਤੋਂ ਬਾਹਰ ਪੈਦਾ ਹੋਇਆ ਪਰ ਉਸ ਦੇ ਪੈਦਾ ਹੋਣ ਦੀ ਜੋ ਤਰੀਕ ਹੈ ਉਹ 10 ਦਸੰਬਰ 1992 ਦੀ ਜਾਂ ਉਸ ਤੋਂ ਬਾਅਦ ਦੀ ਹੈ, ਉਸ ਵੇਲੇ ਉਸ ਦੇ ਮਾਂ-ਬਾਪ ਵਿੱਚੋਂ ਕੋਈ ਵੀ ਇੱਕ ਭਾਰਤ ਦਾ ਨਾਗਰਿਕ ਹੈ ਤਾਂ ਵੀ ਉਸ ਬੱਚੇ ਨੂੰ ਭਾਰਤ ਦੀ ਨਾਗਰਿਕਤਾ ਮਿਲ ਜਾਂਦੀ ਹੈ। ਹੁਣ ਇਹ ਡੇਟ ਯਾਦ ਰੱਖਣਾ ਜੀ, 3 ਦਸੰਬਰ 2004। ਸਿਟੀਜ਼ਨਸ਼ਿਪ ਐਕਟ ਵਿੱਚ 2003 ਵਿੱਚ ਜੋ ਸੋਧ ਹੋਈ ਉਸ ਦੇ ਅਨੁਸਾਰ ਅਗਰ ਕੋਈ ਬੱਚਾ 3 ਦਸੰਬਰ 2004 ਤੋਂ ਭਾਰਤ ਤੋਂ ਬਾਹਰ ਪੈਦਾ ਹੁੰਦਾ ਹੈ ਉਸ ਨੂੰ ਸਿਰਫ ਵੰਸ਼ ਦੇ ਆਧਾਰ 'ਤੇ ਭਾਰਤ ਦੀ ਨਾਗਰਿਕਤਾ ਨਹੀਂ ਮਿਲਦੀ। ਉਸ ਨੂੰ ਭਾਰਤ ਦੀ ਨਾਗਰਿਕਤਾ ਤਾਂ ਹੀ ਮਿਲਦੀ ਹੈ ਅਗਰ ਉਸ ਦੇ ਜਨਮ ਤੋਂ 1 ਸਾਲ ਦੇ ਵਿੱਚ ਉਸ ਦੇ ਮਾਂ-ਬਾਪ ਉਸ ਦੇਸ਼ ਵਿੱਚ ਮੌਜੂਦ ਭਾਰਤ ਦੇ ਉੱਚ ਆਯੁਕਤ ਮਤਲਬ ਭਾਰਤੀ ਦੂਤਾਵਾਸ ਵਿੱਚ ਉਸ ਦਾ ਨਾਮ ਰਜਿਸਟਰਡ ਕਰਵਾਉਣ। ਅਗਰ ਉਹ 1 ਸਾਲ ਦਾ ਸਮਾਂ ਖੁੰਝ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਸ ਦੇ ਨਾਮ ਦੀ ਰਜਿਸਟ੍ਰੇਸ਼ਨ ਸੈਂਟਰਲ ਗਵਰਨਮੈਂਟ ਜੋ ਕੇਂਦਰੀ ਸਰਕਾਰ ਦੀ ਪਰਮਿਸ਼ਨ ਨਾਲ ਹੁੰਦੀ ਹੈ। ਬੱਚੇ ਦੇ ਜਨਮ ਦੀ ਰਜਿਸਟ੍ਰੇਸ਼ਨ ਕਰਵਾਉਣ ਵੇਲੇ ਬੱਚੇ ਦੇ ਮਾਂ-ਬਾਪ ਵੱਲੋਂ ਇੱਕ ਘੋਸ਼ਣਾ ਪੱਤਰ ਦਿੱਤਾ ਜਾਂਦਾ ਹੈ ਕਿ ਉਹਨਾਂ ਦਾ ਬੱਚਾ ਕਿਸੇ ਹੋਰ ਦੇਸ਼ ਦਾ ਪਾਸਪੋਰਟ ਕਦੀ ਹਾਸਲ ਨਹੀਂ ਕਰੇਗਾ। ਇਸ ਤੋਂ ਬਾਅਦ ਅਗਰ ਉਹ ਬੱਚਾ ਜਨਮ ਦੇ ਆਧਾਰ 'ਤੇ ਕਿਸੇ ਹੋਰ ਦੇਸ਼ ਦੀ ਵੀ ਨਾਗਰਿਕਤਾ ਹਾਸਲ ਕਰਦਾ ਹੈ ਤਾਂ ਉਸ ਨੂੰ ਬਾਲਗ ਹੋਣ 'ਤੇ ਉਸ ਦੇਸ਼ ਦੀ ਨਾਗਰਿਕਤਾ ਛੱਡਣੀ ਪਏਗੀ। ਇਸ ਦੇ ਨਾਲ ਹੀ ਉਸ ਕੋਲ ਭਾਰਤ ਦੀ ਨਾਗਰਿਕਤਾ ਰਹਿ ਸਕਦੀ ਹੈ। ਨਾਗਰਿਕਤਾ ਕਾਨੂੰਨ 1955 ਦੇ ਅਨੁਸਾਰ ਰਜਿਸਟ੍ਰੇਸ਼ਨ ਦੁਆਰਾ ਵੀ ਭਾਰਤ ਦੀ ਨਾਗਰਿਕਤਾ ਹਾਸਲ ਕੀਤੀ ਜਾ ਸਕਦੀ ਹੈ। ਇਸ ਦੇ ਲਈ ਵਿਅਕਤੀ ਨੂੰ ਪਹਿਲਾਂ ਕੇਂਦਰੀ ਸਰਕਾਰ ਨੂੰ ਅਰਜ਼ੀ ਦੇਣੀ ਪਵੇਗੀ। ਇੱਥੇ ਇੱਕ ਸ਼ਰਤ ਲਾਗੂ ਇਹ ਹੁੰਦੀ ਹੈ ਕਿ ਉਹ ਨਾਗਰਿਕ ਭਾਰਤ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਮਾਈਗ੍ਰੇਟ ਹੋ ਕੇ ਨਾ ਆਇਆ ਹੋਵੇ। ਅਗਰ ਉਹ ਵਿਅਕਤੀ ਕਾਨੂੰਨੀ ਤਰੀਕੇ ਨਾਲ ਭਾਰਤ ਵਿੱਚ ਰਹਿ ਰਿਹਾ ਹੈ ਤਾਂ ਉਹ ਅੱਗੇ
ਇਹਨਾਂ ਕੈਟਾਗਰੀਜ਼ ਵਿੱਚੋਂ ਕਿਸੇ ਇੱਕ ਵਿੱਚ ਆਉਣਾ ਜ਼ਰੂਰੀ ਹੈ, ਜਿਸ ਦੀ ਪਹਿਲੀ ਕੈਟਾਗਰੀ ਹੈ ਕਿ ਉਹ ਭਾਰਤੀ ਮੂਲ ਨਿਵਾਸੀ ਹੋਏ, ਮਤਲਬ ਭਾਰਤ ਦਾ ਮੂਲ ਵਾਸੀ ਹੋਏ ਅਤੇ ਉਹ ਪਿਛਲੇ 7 ਸਾਲ ਤੋਂ ਭਾਰਤ ਵਿੱਚ ਹੀ ਰਹਿ ਰਿਹਾ ਹੋਵੇ। ਫਿਰ ਉਸ ਤੋਂ ਬਾਅਦ ਉਹ ਐਪਲੀਕੇਸ਼ਨ ਦੇਗਾ ਅਤੇ ਕੇਂਦਰੀ ਸਰਕਾਰ ਦੀ ਮਰਜ਼ੀ ਨਾਲ ਉਹ ਸਿਟੀਜ਼ਨ ਤੌਰ 'ਤੇ ਭਾਰਤ ਵਿੱਚ ਰਜਿਸਟਰਡ ਹੋ ਸਕਦਾ ਹੈ, ਮਤਲਬ ਉਸ ਨੂੰ ਭਾਰਤ ਦੀ ਨਾਗਰਿਕਤਾ ਮਿਲ ਸਕਦੀ ਹੈ। ਦੂਜੀ ਸ਼੍ਰੇਣੀ ਵਿੱਚ ਉਹ ਸਾਰੇ ਵਿਅਕਤੀ ਆਉਂਦੇ ਹਨ ਜੋ ਹੈ ਤਾਂ ਭਾਰਤ ਦੇ ਮੂਲ ਵਾਸੀ, ਪਰ ਉਹ ਅਣਵੰਡੇ ਭਾਰਤ ਤੋਂ ਬਾਹਰ ਰਹਿ ਰਹੇ ਹਨ, ਮਤਲਬ ਨਾ ਉਹ ਭਾਰਤ ਵਿੱਚ ਰਹਿ ਰਹੇ ਹਨ, ਨਾ ਉਹ ਪਾਕਿਸਤਾਨ ਵਿੱਚ, ਨਾ ਉਹ ਬੰਗਲਾਦੇਸ਼ ਵਿੱਚ, ਮਤਲਬ ਅਣਵੰਡੇ ਭਾਰਤ ਤੋਂ ਬਾਹਰ ਰਹਿ ਰਹੇ ਹਨ। ਉਹ ਵੀ ਅਰਜ਼ੀ ਦੇ ਕੇ ਕੇਂਦਰ ਸਰਕਾਰ ਦੀ ਮਰਜ਼ੀ ਨਾਲ ਆਪਣੀ ਨਾਗਰਿਕਤਾ ਹਾਸਲ ਕਰ ਸਕਦੇ ਹਨ। ਤੀਜੀ ਸ਼੍ਰੇਣੀ ਵਿੱਚ ਉਹ ਵਿਅਕਤੀ ਆਉਂਦੇ ਹਨ ਜੋ ਕਿਸੇ ਭਾਰਤ ਦੇ ਨਾਗਰਿਕ ਨਾਲ ਵਿਆਹ ਕਰਵਾਉਂਦੇ ਹਨ, ਫਿਰ ਉਹ ਲਗਾਤਾਰ 7 ਸਾਲ ਭਾਰਤ ਵਿੱਚ ਰਹਿ ਰਹੇ ਹਨ। ਉਸ ਤੋਂ ਬਾਅਦ ਉਹ ਅਰਜ਼ੀ ਦੇ ਕੇ ਆਪਣੇ ਆਪ ਨੂੰ ਭਾਰਤ ਦੇ ਨਾਗਰਿਕ ਰਜਿਸਟਰਡ ਕਰਵਾ ਸਕਦੇ ਹਨ। ਇੱਥੇ ਯਾਦ ਰੱਖਣਾ, ਉਹ 7 ਸਾਲ ਭਾਰਤ ਵਿੱਚ ਰਹਿਣ ਤੋਂ ਬਾਅਦ ਫਿਰ ਅਰਜ਼ੀ ਦੇਣਗੇ, ਉਸ ਤੋਂ ਬਾਅਦ ਕੇਂਦਰ ਸਰਕਾਰ ਉਹਨਾਂ ਨੂੰ ਭਾਰਤ ਦੇ ਨਾਗਰਿਕ ਰਜਿਸਟਰਡ ਕਰ ਸਕਦੀ ਹੈ। ਇਸ ਤੋਂ ਇਲਾਵਾ ਜੋ ਮਾਈਨਰ ਚਿਲਡਰਨ ਨੇ, ਜਿਨ੍ਹਾਂ ਦੇ ਮਾਂ-ਬਾਪ ਇੰਡੀਅਨ ਨਾਗਰਿਕਤਾ ਹੈ ਉਹਨਾਂ ਕੋਲ, ਉਹ ਵੀ ਭਾਰਤ ਦੇ ਨਾਗਰਿਕ ਬਣ ਸਕਦੇ ਹਨ। ਉਸ ਤੋਂ ਅੱਗੇ ਉਹ ਪਰਸਨ ਜੋ ਫੁੱਲ ਏਜ ਮਤਲਬ ਅਡਲਟ ਉਮਰ 'ਚ ਹੈ, ਉਹ ਵੀ ਆਪਣੇ ਆਪ ਨੂੰ ਸਿਟੀਜ਼ਨ ਰਜਿਸਟਰਡ ਕਰਵਾ ਸਕਦਾ ਹੈ। ਇਸ ਤੋਂ ਇਲਾਵਾ ਕੋਈ ਪਰਸਨ ਜੋ ਫੁੱਲ ਏਜ ਦਾ ਹੈ, ਮਤਲਬ ਅਡਲਟ ਏਜ ਦਾ ਹੈ, ਉਹ ਖੁਦ ਆਪ ਜਾਂ ਉਸ ਦੇ ਮਾਂ-ਬਾਪ ਪਹਿਲਾਂ ਕਦੇ ਆਜ਼ਾਦ ਭਾਰਤ ਦੇ ਵਾਸੀ ਰਹਿ ਚੁੱਕੇ ਹਨ। ਉਹ ਵੀ ਅਗਰ 12 ਮਹੀਨੇ ਆ ਕੇ ਭਾਰਤ ਵਿੱਚ ਰਹਿੰਦਾ ਹੈ, ਉਸ ਤੋਂ ਬਾਅਦ ਉਸ ਨੂੰ ਅਰਜ਼ੀ ਲਗਾਉਣੀ ਪਏਗੀ, ਫਿਰ ਕੇਂਦਰੀ ਸਰਕਾਰ ਉਸ ਨੂੰ ਭਾਰਤ ਦਾ ਨਾਗਰਿਕ ਰਜਿਸਟਰਡ ਕਰ ਸਕਦੀ ਹੈ। ਇੱਥੇ ਇਹ ਗੱਲ ਯਾਦ ਰੱਖਣਾ ਜੀ ਕਿ ਜੋ ਵਿਅਕਤੀ ਭਾਰਤ ਦੀ ਨਾਗਰਿਕਤਾ ਹਾਸਲ ਕਰਨਾ ਚਾਹੁੰਦਾ ਹੈ, ਉਹ ਵਿਅਕਤੀ ਖੁਦ ਜਾਂ ਉਸ ਦੇ ਮਾਂ-ਬਾਪ ਪਹਿਲਾਂ ਕਦੇ ਆਜ਼ਾਦ ਭਾਰਤ ਦੇ ਵਾਸੀ ਰਹਿ ਚੁੱਕੇ ਹੋਣ। ਉਸ ਤੋਂ ਬਾਅਦ ਉਸ ਪਰਸਨ ਨੂੰ ਲਗਾਤਾਰ 12 ਮਹੀਨੇ ਭਾਰਤ ਵਿੱਚ ਰਹਿਣਾ ਪਵੇਗਾ। ਉਸ ਤੋਂ ਬਾਅਦ ਐਪਲੀਕੇਸ਼ਨ ਦੇਗਾ, ਫਿਰ ਉਸ ਦਾ ਨਾਮ ਭਾਰਤ ਦੇ ਨਾਗਰਿਕ ਦੇ ਤੌਰ 'ਤੇ ਰਜਿਸਟਰਡ ਕੀਤਾ ਜਾ ਸਕਦਾ ਹੈ। ਅਗਲੀ ਸ਼੍ਰੇਣੀ ਵਿੱਚ ਉਹ ਸਾਰੇ ਵਿਅਕਤੀ ਆਉਂਦੇ ਹਨ ਜੋ ਓਵਰਸੀਜ਼ ਇੰਡੀਅਨ ਸਿਟੀਜ਼ਨਸ਼ਿਪ ਕਾਰਡ ਹੋਲਡਰ ਨੇ, ਮਤਲਬ ਜਿਨ੍ਹਾਂ ਨੂੰ ਓਵਰਸੀਜ਼ ਇੰਡੀਅਨ ਸਿਟੀਜ਼ਨਸ਼ਿਪ ਦਾ ਕਾਰਡ ਪਿਛਲੇ 5 ਸਾਲ ਤੋਂ ਮਿਲਿਆ ਹੋਇਆ ਹੈ। ਉਹ ਵੀ ਵਿਅਕਤੀ ਅਗਰ ਆ ਕੇ ਭਾਰਤ ਵਿੱਚ ਲਗਾਤਾਰ 12 ਮਹੀਨੇ ਰਹਿੰਦਾ ਹੈ, ਉਸ ਤੋਂ ਬਾਅਦ ਉਸ ਨੂੰ ਅਰਜ਼ੀ ਲਗਾਉਣੀ ਪਵੇਗੀ। ਅਰਜ਼ੀ ਲਗਾਉਣ ਤੋਂ ਬਾਅਦ ਉਸ ਦਾ ਨਾਮ ਭਾਰਤ ਦੇ ਨਾਗਰਿਕ ਦੇ ਤੌਰ 'ਤੇ ਰਜਿਸਟਰਡ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਜੀ ਉਹ ਵਿਅਕਤੀ ਵੀ ਭਾਰਤ ਦੇ ਨਾਗਰਿਕ ਬਣਨ ਲਈ ਵਿਚਾਰੇ ਜਾ ਸਕਦੇ ਹਨ ਜੋ ਖੁਦ ਜਾਂ ਉਹਨਾਂ ਦੇ ਮਾਂ-ਬਾਪ ਭਾਰਤ ਜੋ ਅਨਡਿਵਾਈਡਡ ਇੰਡੀਆ ਹੈ, ਮਤਲਬ ਅਣਵੰਡਿਆ ਭਾਰਤ ਹੈ ਆਜ਼ਾਦੀ ਤੋਂ ਪਹਿਲਾਂ ਦਾ, ਉਹਨਾਂ ਦਾ ਜਨਮ ਅਣਵੰਡੇ ਭਾਰਤ ਵਿੱਚ ਹੋਇਆ ਹੋਵੇ, ਜਾਂ ਫਿਰ ਇਹੋ ਜਿਹੇ ਖੇਤਰ ਵਿੱਚ ਹੋਇਆ ਹੋਵੇ ਜੋ ਬਾਅਦ ਵਿੱਚ ਭਾਰਤ ਦਾ ਹਿੱਸਾ ਬਣ ਗਈ, ਮਤਲਬ 15 ਅਗਸਤ 1947 ਤੋਂ ਬਾਅਦ ਭਾਰਤ ਦਾ ਹਿੱਸਾ ਬਣ ਗਈ। ਉਸ ਖੇਤਰ ਦੇ ਲੋਕਾਂ ਨੂੰ ਵੀ ਭਾਰਤ ਦੀ ਨਾਗਰਿਕਤਾ ਮਿਲ ਸਕਦੀ ਹੈ। ਇੱਥੇ ਇਹ ਗੱਲ ਯਾਦ ਰੱਖਣੀ ਜੀ ਕਿ ਜੋ ਵਿਅਕਤੀ ਆਪਣੇ ਆਪ ਨੂੰ ਭਾਰਤ ਦਾ ਨਾਗਰਿਕ ਰਜਿਸਟਰਡ ਕਰਵਾਉਣਾ ਚਾਹੁੰਦਾ ਹੈ, ਉਸ ਦਾ ਜਨਮ ਅਣਵੰਡੇ ਭਾਰਤ ਵਿੱਚ ਹੋਇਆ ਹੋਵੇ, ਜਾਂ ਉਸ ਦੇ ਮਾਂ-ਬਾਪ ਵਿੱਚੋਂ ਕਿਸੇ ਇੱਕ ਦਾ ਜਨਮ ਅਣਵੰਡੇ ਭਾਰਤ ਵਿੱਚ ਹੋਇਆ ਹੋਵੇ, ਜਾਂ ਫਿਰ ਉਸ ਖੇਤਰ ਵਿੱਚ ਜੋ ਖੇਤਰ ਆਜ਼ਾਦੀ ਤੋਂ ਬਾਅਦ ਮਤਲਬ 15 ਅਗਸਤ 1947 ਤੋਂ ਬਾਅਦ ਭਾਰਤ ਦਾ ਹਿੱਸਾ ਬਣ ਗਿਆ ਹੋਵੇ। ਅਜਿਹੇ ਵਿਅਕਤੀ ਨੂੰ ਭਾਰਤ ਦੀ ਨਾਗਰਿਕਤਾ ਅਰਜ਼ੀ ਦੇਣ ਤੋਂ ਬਾਅਦ ਕੇਂਦਰ ਸਰਕਾਰ ਦੁਆਰਾ ਵਿਚਾਰੀ ਜਾ ਸਕਦੀ ਹੈ। ਹੁਣ ਤੱਕ ਆਪਾਂ ਰਜਿਸਟ੍ਰੇਸ਼ਨ ਦੇ ਬੇਸ 'ਤੇ ਨਾਗਰਿਕਤਾ ਹਾਸਲ ਕਰਨ ਦੀਆਂ ਜਿੰਨੀਆਂ ਵੀ ਸ਼੍ਰੇਣੀਆਂ ਦੀ ਗੱਲ ਕੀਤੀ ਹੈ, ਉਹਨਾਂ ਸ਼੍ਰੇਣੀਆਂ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਨਾਗਰਿਕ ਰਜਿਸਟਰਡ ਹੋਣ ਤੋਂ ਬਾਅਦ ਇੱਕ ਕਸਮ ਲੈਣੀ ਪੈਂਦੀ ਹੈ ਕਿ ਉਹ ਭਾਰਤ ਦੀ ਸੰਪ੍ਰਭੂਤਾ ਅਤੇ ਭਾਰਤ ਦੇ ਸੰਵਿਧਾਨ ਅਤੇ ਭਾਰਤ ਦੇ ਕਾਨੂੰਨ ਦੀ ਆਦਰ ਕਰਨਗੇ ਅਤੇ ਭਾਰਤ ਦੇ ਕਾਨੂੰਨ ਅਨੁਸਾਰ ਭਾਰਤ ਵਿੱਚ ਰਹਿਣਗੇ। ਇਸ ਸਹੁੰ ਤੋਂ ਬਾਅਦ ਉਹਨਾਂ ਨੂੰ ਭਾਰਤ ਦੀ ਨਾਗਰਿਕਤਾ ਦੇ ਦਿੱਤੀ ਜਾਂਦੀ ਹੈ। ਇਸ ਤੋਂ ਅੱਗੇ ਨਾਗਰਿਕਤਾ ਐਕਟ ਦੇ ਅਨੁਸਾਰ
ਭਾਰਤ ਦੀ ਨਾਗਰਿਕਤਾ ਹਾਸਲ ਕਰਨ ਦਾ ਅਗਲਾ ਜੋ ਤਰੀਕਾ ਹੈ ਉਹ ਹੈ ਨੈਚੁਰਲਾਈਜੇਸ਼ਨ, ਮਤਲਬ ਨਾਗਰਿਕੀਕਰਨ। ਕੋਈ ਵੀ ਵਿਦੇਸ਼ੀ ਦੇਸ਼ ਵਿੱਚ ਜਨਮੇ ਵਿਅਕਤੀ ਨੂੰ ਨੈਚੁਰਲਾਈਜੇਸ਼ਨ ਦੁਆਰਾ ਭਾਰਤ ਦੀ ਨਾਗਰਿਕਤਾ ਕੇਂਦਰ ਦੀ ਸਰਕਾਰ ਦੇ ਸਕਦੀ ਹੈ। ਕੇਂਦਰ ਦੀ ਸਰਕਾਰ ਉਸ ਨੂੰ ਇੱਕ ਸਰਟੀਫਿਕੇਟ ਜਾਰੀ ਕਰੇਗੀ ਅਗਰ ਉਹ ਨਾਗਰਿਕ ਭਾਰਤ ਦਾ ਵਾਸੀ ਹੋਣ ਲਈ ਆਪਣੀ ਐਪਲੀਕੇਸ਼ਨ ਦਿੰਦਾ ਹੈ। ਇੱਥੇ ਇੱਕ ਸ਼ਰਤ ਹੈ ਕਿ ਉਹ ਭਾਰਤ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਮਾਈਗ੍ਰੇਂਟ ਹੋ ਕੇ ਨਾ ਆਇਆ ਹੋਵੇ। ਨੈਚੁਰਲਾਈਜੇਸ਼ਨ ਦੇ ਤਰੀਕੇ ਦੁਆਰਾ ਕੋਈ ਵਿਦੇਸ਼ੀ ਵਿਅਕਤੀ ਭਾਰਤ ਦੀ ਨਾਗਰਿਕਤਾ ਹਾਸਲ ਤਦ ਹੀ ਕਰ ਸਕਦਾ ਹੈ ਜਦੋਂ ਅੱਗੇ ਦੱਸੀਆਂ ਕੁਆਲੀਫਿਕੇਸ਼ਨਸ ਪੂਰੀਆਂ ਕਰਦਾ ਹੈ। ਇਸ ਵਿੱਚ ਪਹਿਲੀ ਕੁਆਲੀਫਿਕੇਸ਼ਨ ਹੈ ਕਿ ਸਿਰਫ ਉਸ ਦੇਸ਼ ਦੇ ਵਾਸੀ ਨੂੰ ਹੀ ਭਾਰਤ ਦੀ ਨਾਗਰਿਕਤਾ ਨੈਚੁਰਲਾਈਜੇਸ਼ਨ ਦੁਆਰਾ ਦਿੱਤੀ ਜਾਂਦੀ ਹੈ, ਜੋ ਦੇਸ਼ ਭਾਰਤ ਦੇ ਨਾਗਰਿਕਾਂ ਨੂੰ ਵੀ ਨੈਚੁਰਲਾਈਜੇਸ਼ਨ ਦੁਆਰਾ ਨਾਗਰਿਕਤਾ ਦਿੰਦਾ ਹੈ। ਮਤਲਬ ਜੋ ਦੇਸ਼ ਭਾਰਤ ਦੇ ਨਾਗਰਿਕਾਂ ਨੂੰ ਨੈਚੁਰਲਾਈਜੇਸ਼ਨ ਦੇ ਤਰੀਕੇ ਨਾਲ ਨਾਗਰਿਕਤਾ ਨਹੀਂ ਦਿੰਦਾ, ਉਸ ਦੇਸ਼ ਦੇ ਵਾਸੀਆਂ ਨੂੰ ਵੀ ਭਾਰਤ ਵਿੱਚ ਨੈਚੁਰਲਾਈਜੇਸ਼ਨ ਦੇ ਤਰੀਕੇ ਨਾਲ ਨਾਗਰਿਕਤਾ ਨਹੀਂ ਮਿਲ ਸਕਦੀ। ਦੂਜੀ ਕੁਆਲੀਫਿਕੇਸ਼ਨ ਇਹ ਹੈ ਜੀ ਕਿ ਜਦੋਂ ਉਸ ਦੀ ਨਾਗਰਿਕਤਾ ਸੰਬੰਧੀ ਅਰਜ਼ੀ ਮਨਜ਼ੂਰ ਕਰ ਲਈ ਜਾਵੇਗੀ ਤਦ ਉਸ ਨੂੰ ਆਪਣੇ ਦੇਸ਼ ਦੀ, ਮਤਲਬ ਜਿਸ ਦੇਸ਼ ਦਾ ਉਹ ਪਹਿਲਾਂ ਵਾਸੀ ਸੀ, ਭਾਰਤ ਦਾ ਨਾਗਰਿਕ ਬਣਨ ਤੋਂ ਬਾਅਦ ਉਸ ਨੂੰ ਆਪਣੇ ਦੇਸ਼ ਦੀ ਨਾਗਰਿਕਤਾ ਛੱਡਣੀ ਪਵੇਗੀ। ਇਸ ਤੋਂ ਅਗਲੀ ਕੁਆਲੀਫਿਕੇਸ਼ਨ ਹੈ ਜੀ ਕਿ ਆਪਣੀ ਅਰਜ਼ੀ ਦੇਣ ਤੋਂ ਪਹਿਲਾਂ 12 ਮਹੀਨੇ, ਮਤਲਬ ਆਪਣੀ ਅਰਜ਼ੀ ਜਿਸ ਦਿਨ ਉਹ ਦੇ ਰਿਹਾ ਹੈ ਉਸ ਤੋਂ ਪਹਿਲਾਂ 12 ਮਹੀਨੇ ਤੋਂ ਇੰਡੀਆ ਵਿੱਚ ਰਹਿ ਰਿਹਾ ਹੋਵੇ ਜਾਂ ਫਿਰ ਇੰਡੀਅਨ ਗੌਰਮੈਂਟ ਦੀ ਕੋਈ ਸਰਵਿਸ ਕਰ ਰਿਹਾ ਹੋਵੇ। ਦੋਨਾਂ ਵਿੱਚੋਂ ਕੋਈ ਇੱਕ ਜਾਂ ਦੋਨੋਂ ਕਰ ਰਿਹਾ ਹੋਵੇ ਤਦ ਉਸ ਦੀ ਐਪਲੀਕੇਸ਼ਨ ਅੱਗੇ ਪ੍ਰੋਸੀਡ ਹੁੰਦੀ ਹੈ। ਅੱਗੇ ਦੀ ਕੁਆਲੀਫਿਕੇਸ਼ਨ ਵਿੱਚ ਦੇਖਣਾ ਹੈ ਉਸ ਦੇ 14 ਸਾਲਾਂ ਦਾ ਵੇਰਵਾ, ਜੋ 12 ਮਹੀਨੇ ਪਹਿਲਾਂ ਉਸ ਨੂੰ ਆਪਣੀ ਅਰਜ਼ੀ ਤੋਂ ਚਾਹੀਦੇ ਹਨ। ਉਹਨਾਂ 12 ਮਹੀਨਿਆਂ ਤੋਂ ਪਹਿਲਾਂ 14 ਸਾਲ ਦਾ ਜੋ ਵੇਰਵਾ ਹੈ, ਉਹਨਾਂ 14 ਸਾਲਾਂ ਵਿੱਚੋਂ ਘੱਟੋ ਘੱਟ ਉਹ 11 ਸਾਲ ਭਾਰਤ ਵਿੱਚ ਰਿਹਾ ਹੋਵੇ ਜਾਂ ਕੋਈ ਭਾਰਤੀ ਸਰਕਾਰ ਦੀ ਕੋਈ ਸਰਵਿਸ ਵਿੱਚ ਰਿਹਾ ਹੋਵੇ, ਤਦ ਹੀ ਉਸ ਦੀ ਐਪਲੀਕੇਸ਼ਨ ਲੱਗ ਸਕਦੀ ਹੈ। ਮਤਲਬ ਇੱਥੇ ਕਹਿੰਦਾ ਹੈ ਕਿ ਉਸ ਨੂੰ 11 ਸਾਲ ਘੱਟੋ ਘੱਟ ਭਾਰਤ ਵਿੱਚ ਰਹਿਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਅਗਲੀ ਜੋ ਕੁਆਲੀਫਿਕੇਸ਼ਨ ਹੈ ਉਹਦੇ ਵਿੱਚ ਆਉਂਦਾ ਹੈ ਜੀ ਵਿਅਕਤੀ ਦਾ ਕਰੈਕਟਰ, ਚਰਿੱਤਰ। ਉਸ ਵਿਅਕਤੀ ਦਾ ਜੋ ਚਰਿੱਤਰ ਹੈ ਉਹ ਵੀ ਸਾਫ਼ ਸੁਥਰਾ ਹੋਣਾ ਚਾਹੀਦਾ ਹੈ। ਉਹ ਕਿਸੇ ਵੀ ਤਰ੍ਹਾਂ ਦੀ ਗੈਰ ਕਾਨੂੰਨੀ ਕੰਮ ਧੰਦੇ ਵਿੱਚ ਇਨਵੋਲਵ ਨਹੀਂ ਹੋਣਾ ਚਾਹੀਦਾ, ਨਾ ਹੀ ਕਿਸੇ ਉਹ ਟੈਰਰਿਸਟ ਗਰੁੱਪ ਦਾ ਜਾਂ ਕੋਈ ਆਤੰਕਵਾਦੀ ਜਾਂ ਕੋਈ ਹੋਰ ਸਮਾਜ ਵਿਰੋਧੀ ਕੰਮ ਕਰਦਾ ਹੋਵੇ। ਮਤਲਬ ਕਹਿੰਦਾ ਕਿ ਉਸ ਦਾ ਜੋ ਕਰੈਕਟਰ ਹੈ ਉਹ ਵੀ ਸਾਫ਼ ਸੁਥਰਾ ਹੋਣਾ ਚਾਹੀਦਾ ਹੈ। ਅਗਲੀ ਜੋ ਅਹਿਮ ਕੁਆਲੀਫਿਕੇਸ਼ਨ ਹੈ ਉਹ ਹੈ ਜੀ ਭਾਸ਼ਾ ਦਾ ਗਿਆਨ। ਉਸ ਵਿਅਕਤੀ ਨੂੰ ਭਾਰਤ ਦੀਆਂ ਜੋ 8ਵੇਂ ਸ਼ਡਿਊਲ ਵਿੱਚ ਜਿੰਨੀਆਂ ਵੀ ਭਾਸ਼ਾਵਾਂ ਨੇ ਉਹਨਾਂ ਵਿੱਚੋਂ ਕਿਸੇ ਵੀ ਇੱਕ ਦਾ ਜੋ ਗਿਆਨ ਹੈ ਉਹ ਹੋਣਾ ਜ਼ਰੂਰੀ ਹੈ। 8ਵੇਂ ਸ਼ਡਿਊਲ ਤੋਂ ਭਾਵ ਭਾਰਤੀ ਕੌਂਸਟੀਟਿਊਸ਼ਨ ਦੇ 8ਵੇਂ ਸ਼ਡਿਊਲ ਤੋਂ ਹੈ। ਉਸ ਵਿੱਚ ਜਿੰਨੀਆਂ ਵੀ ਭਾਸ਼ਾਵਾਂ ਦਰਜ ਹਨ ਉਹਨਾਂ ਵਿੱਚੋਂ ਕਿਸੇ ਇੱਕ ਭਾਸ਼ਾ ਦਾ ਗਿਆਨ ਜੋ ਹੈ ਉਹ ਉਸ ਵਿਅਕਤੀ ਨੂੰ ਹੋਣਾ ਚਾਹੀਦਾ ਹੈ। ਅਗਲੀ ਜੋ ਕੁਆਲੀਫਿਕੇਸ਼ਨ ਹੈ ਉਹ ਹੈ ਜੀ ਕਿ ਨੈਚੁਰਲਾਈਜੇਸ਼ਨ ਦਾ ਸਰਟੀਫਿਕੇਟ ਇਸ਼ੂ ਹੋਣ ਤੋਂ ਬਾਅਦ, ਮਤਲਬ ਜਦੋਂ ਉਸ ਨੂੰ ਨੈਚੁਰਲਾਈਜੇਸ਼ਨ ਦੇ ਅਧੀਨ ਸਿਟੀਜ਼ਨਸ਼ਿਪ ਗ੍ਰਾਂਟਡ ਹੋ ਜਾਂਦੀ ਹੈ, ਮਤਲਬ ਸਿਟੀਜ਼ਨਸ਼ਿਪ ਮਿਲ ਜਾਂਦੀ ਹੈ, ਤਦ ਉਹ ਭਾਰਤ ਵਿੱਚ ਹੀ ਰਹੇਗਾ ਜਾਂ ਫਿਰ ਕਿਸੇ ਜੋ ਭਾਰਤੀ ਕੰਪਨੀ ਵਿੱਚ ਕੰਮ ਕਰੇਗਾ ਜਾਂ ਫਿਰ ਗੌਰਮੈਂਟ ਆਫ ਇੰਡੀਆ ਦੀ ਕਿਸੇ ਸਰਵਿਸ ਵਿੱਚ ਇਨਵੋਲਵ ਰਹੇਗਾ ਜਾਂ ਫਿਰ ਕਿਸੇ ਐਸੀ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਵਿੱਚ ਕੰਮ ਕਰੇਗਾ ਜਿਸ ਦਾ ਕਿ ਭਾਰਤ ਵੀ ਮੈਂਬਰ ਹੋਏ। ਇਸ ਤੋਂ ਇਲਾਵਾ ਜਿਸ ਵੀ ਕੰਪਨੀ ਵਿੱਚ ਉਹ ਕੰਮ ਕਰਦਾ ਹੈ ਉਹ ਭਾਰਤੀ ਪਰਸਨ ਦੁਆਰਾ ਐਸਟੈਬਲਿਸ਼ਡ ਹੋਣੀ ਚਾਹੀਦੀ ਹੈ, ਮਤਲਬ ਭਾਰਤ ਵਿੱਚ ਇਸਟੈਬਲਿਸ਼ਡ ਹੋਣੀ ਚਾਹੀਦੀ ਹੈ। ਮਾਫ਼ ਕਰਨਾ ਜੀ, ਭਾਰਤੀ ਪਰਸਨ ਦੁਆਰਾ ਨਹੀਂ, ਭਾਰਤ ਵਿੱਚ ਐਸਟੈਬਲਿਸ਼ ਹੋਣੀ ਚਾਹੀਦੀ ਹੈ। ਇਹਨਾਂ ਸਾਰੀਆਂ ਕੁਆਲੀਫਿਕੇਸ਼ਨਸ ਨੂੰ ਭਾਰਤ ਦੀ ਕੇਂਦਰੀ ਸਰਕਾਰ ਕਿਸੇ ਵਿਅਕਤੀ ਵਿਸ਼ੇਸ਼ ਦੇ ਕੇਸ ਵਿੱਚ ਹਟਾ ਵੀ ਸਕਦੀ ਹੈ ਜਾਂ ਘਟਾ ਵੀ ਸਕਦੀ ਹੈ। ਮਤਲਬ ਉਹ ਵਿਅਕਤੀ ਕੋਈ ਖਾਸ ਖਿੱਤੇ ਦਾ ਕਿਸੇ ਖਾਸ ਖੇਤਰ ਵਿੱਚ ਮਾਹਿਰ ਹੋਣਾ ਚਾਹੀਦਾ ਹੈ, ਜਿਵੇਂ ਕਿ ਸਾਇੰਸ, ਫਿਲਾਸਫੀ, ਆਰਟ, ਲਿਟਰੇਚਰ, ਜਾਂ ਫਿਰ ਉਹ ਕਿਸੇ ਐਸੀ ਆਰਗੇਨਾਈਜੇਸ਼ਨ ਨਾਲ ਜੁੜਿਆ ਹੋਵੇ ਜੋ ਵਿਸ਼ਵ ਸ਼ਾਂਤੀ ਲਈ ਕੰਮ ਕਰ ਰਹੀ ਹੋਵੇ। ਐਸੇ ਕੇਸ ਵਿੱਚ ਜੋ ਭਾਰਤ ਦੀ ਸਰਕਾਰ ਹੈ ਉਹ ਇਹ ਸਾਰੀਆਂ ਸ਼ਰਤਾਂ ਹਟਾ ਵੀ ਸਕਦੀ ਹੈ ਔਰ ਉਸ ਵਿਅਕਤੀ ਨੂੰ ਬਿਨਾਂ ਕਿਸੇ ਸ਼ਰਤ, ਬਿਨਾਂ ਕਿਸੇ ਕੁਆਲੀਫਿਕੇਸ਼ਨ ਭਾਰਤ ਦੀ ਨਾਗਰਿਕਤਾ ਦਿੱਤੀ ਜਾ ਸਕਦੀ ਹੈ। ਨੈਚੁਰਲਾਈਜੇਸ਼ਨ ਤੋਂ ਨਾਗਰਿਕਤਾ ਪ੍ਰਾਪਤ ਕਰਨ ਤੋਂ ਬਾਅਦ ਵਿਅਕਤੀ ਨੂੰ ਇੱਕ ਕਸਮ ਚੁੱਕਣੀ ਪੈਂਦੀ ਹੈ
ਕਿ ਉਹ ਭਾਰਤ ਦੇ ਸੰਵਿਧਾਨ ਪ੍ਰਤੀ ਵਫਾਦਾਰ ਰਹੇਗਾ, ਭਾਰਤ ਦੇ ਸੰਵਿਧਾਨ ਦਾ ਆਦਰ ਕਰੇਗਾ ਅਤੇ ਭਾਰਤ ਦੇ ਕਾਨੂੰਨ ਮੁਤਾਬਕ ਆਪਣੀ ਜ਼ਿੰਦਗੀ ਬਤੀਤ ਕਰੇਗਾ। ਅਗਲਾ ਜੋ ਤਰੀਕਾ ਹੈ ਭਾਰਤ ਦੀ ਨਾਗਰਿਕਤਾ ਹਾਸਲ ਕਰਨ ਦਾ, ਉਹ ਹੈ ਬਾਏ ਇਨਕੋਰਪੋਰੇਸ਼ਨ ਆਫ ਟੈਰੀਟਰੀ, ਮਤਲਬ ਕਿਸੇ ਵਿਦੇਸ਼ੀ ਖਿੱਤੇ ਦਾ ਭਾਰਤ ਵਿੱਚ ਮਰਜ ਹੋਣਾ। ਜਦੋਂ ਕਿਸੇ ਵਿਦੇਸ਼ੀ ਖੇਤਰ ਨੂੰ ਭਾਰਤ ਵਿੱਚ ਮਿਲਾਇਆ ਜਾਂਦਾ ਹੈ ਤਦ ਉੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਵੀ ਭਾਰਤ ਦੇ ਨਾਗਰਿਕ ਮੰਨਿਆ ਜਾਂਦਾ ਹੈ। ਇਸ ਦੇ ਲਈ ਜੋ ਭਾਰਤੀ ਸਰਕਾਰ ਹੈ ਉਹ ਇੱਕ ਨੋਟੀਫਿਕੇਸ਼ਨ ਜਾਰੀ ਕਰਦੀ ਹੈ। ਉਸ ਨੋਟੀਫਿਕੇਸ਼ਨ ਦੀ ਜਾਰੀ ਹੋਣ ਦੀ ਮਿਤੀ ਤੋਂ ਹੀ ਉਸ ਖੇਤਰ ਵਿੱਚ ਰਹਿੰਦੇ ਲੋਕ ਭਾਰਤ ਦੇ ਨਾਗਰਿਕ ਬਣ ਜਾਂਦੇ ਹਨ। ਜਿਸ ਤਰ੍ਹਾਂ ਕਿ ਜਦੋਂ ਪਾਂਡੂਚੇਰੀ ਭਾਰਤ ਦਾ ਹਿੱਸਾ ਬਣਿਆ ਤਾਂ ਭਾਰਤ ਸਰਕਾਰ ਨੇ ਸਿਟੀਜ਼ਨਸ਼ਿਪ ਆਰਡਰ 1962 ਜਾਰੀ ਕੀਤਾ ਅਤੇ ਉੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਭਾਰਤ ਦੀ ਨਾਗਰਿਕਤਾ ਉਸ ਆਰਡਰ ਦੀ ਡੇਟ ਤੋਂ ਹੀ ਮਿਲ ਗਈ, ਜੋ ਕਿ ਸਿਟੀਜ਼ਨਸ਼ਿਪ ਐਕਟ 1955 ਅਧੀਨ ਸੀ। ਸਿਟੀਜ਼ਨਸ਼ਿਪ ਲਈ ਇੱਕ ਸਪੈਸ਼ਲ ਪ੍ਰੋਵੀਜ਼ਨ ਵੀ ਹੈ ਜੋ ਸਿਰਫ ਅਸਾਮ 'ਤੇ ਲਾਗੂ ਹੁੰਦਾ ਹੈ। ਇਸ ਨੂੰ ਸਪੈਸ਼ਲ ਪ੍ਰੋਵੀਜ਼ਨਸ ਐਜ਼ ਟੂ ਸਿਟੀਜ਼ਨਸ਼ਿਪ ਆਫ ਪਰਸਨਸ ਕਵਰਡ ਬਾਏ ਦਾ ਅਸਾਮ ਅਕੋਰਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ 1985 ਦੇ ਅਨੁਸਾਰ ਇਸ ਵਿੱਚ ਕੁਝ ਸਪੈਸ਼ਲ ਪ੍ਰੋਵੀਜ਼ਨਸ ਸ਼ਾਮਲ ਕੀਤੇ ਗਏ, ਜਿਸ ਦੇ ਅਕੋਰਡਿੰਗ ਜੋ ਸਿਟੀਜ਼ਨਸ਼ਿਪ ਹੈ ਉਹ ਅਸਾਮ ਵਿੱਚ ਜੋ ਫੋਰਨਰਸ ਜੋ ਬੰਗਲਾਦੇਸ਼ੀ ਆਏ ਸਨ ਉਹਨਾਂ ਨੂੰ ਸਿਟੀਜ਼ਨਸ਼ਿਪ ਕਿਸ ਤਰ੍ਹਾਂ ਦੇਣੀ ਹੈ ਉਸ ਦੇ ਰਿਲੇਟਡ ਇਹ ਸਾਰਾ ਪ੍ਰੋਵੀਜ਼ਨ ਹੈ। ਇਸ ਪ੍ਰੋਵੀਜ਼ਨ ਅਧੀਨ ਦੋ ਤਰੀਕਿਆਂ ਨਾਲ ਬੰਗਲਾਦੇਸ਼ੀਆਂ ਨੂੰ ਭਾਰਤ ਦੀ ਜੋ ਨਾਗਰਿਕਤਾ ਹੈ ਉਹ ਮਿਲ ਸਕਦੀ ਸੀ। ਇਸ ਵਿੱਚ ਪਹਿਲਾ ਤਰੀਕਾ ਸੀ ਕਿ ਭਾਰਤੀ ਮੂਲ ਦੇ ਉਹ ਸਾਰੇ ਨਾਗਰਿਕ ਜੋ ਬੰਗਲਾਦੇਸ਼ ਤੋਂ ਅਸਾਮ 1 ਜਨਵਰੀ 1966 ਨੂੰ ਆਏ ਅਤੇ ਆਪਣੀ ਐਂਟਰੀ ਤੋਂ ਲੈ ਕੇ ਹੁਣ ਤੱਕ ਉੱਥੇ ਹੀ ਰਹਿ ਰਹੇ ਸਨ, ਉਹਨਾਂ ਨੂੰ ਭਾਰਤ ਦੀ ਨਾਗਰਿਕਤਾ ਦੇ ਦਿੱਤੀ ਗਈ। ਦੂਜੇ ਉਹ ਵਿਅਕਤੀ ਜੋ 1 ਜਨਵਰੀ 1966 ਨੂੰ ਉਸ ਤੋਂ ਬਾਅਦ ਪਰ 25 ਮਾਰਚ 1971 ਤੋਂ ਪਹਿਲਾਂ, ਡੇਟ ਯਾਦ ਰੱਖਣਾ ਜੀ, ਇਹ 1 ਜਨਵਰੀ 1966 ਨੂੰ ਜਾਂ ਉਸ ਤੋਂ ਬਾਅਦ ਪਰ 25 ਮਾਰਚ 1971 ਤੋਂ ਪਹਿਲਾਂ ਬੰਗਲਾਦੇਸ਼ ਤੋਂ ਅਸਾਮ ਆਏ ਅਤੇ ਆਪਣੀ ਐਂਟਰੀ ਤੋਂ ਲੈ ਕੇ ਹੁਣ ਤੱਕ ਉੱਥੇ ਹੀ ਰਹਿ ਰਹੇ ਸਨ ਅਤੇ ਆਪਣੇ ਆਪ ਨੂੰ ਰਜਿਸਟਰਡ ਕਰਵਾਇਆ, ਉਹਨਾਂ ਨੂੰ ਭਾਰਤ ਦੀ ਨਾਗਰਿਕਤਾ ਦੇ ਦਿੱਤੀ ਗਈ। ਉਹਨਾਂ ਨੂੰ ਭਾਰਤ ਦੀ ਨਾਗਰਿਕਤਾ ਤਾਂ ਮਿਲੀ, ਪਰ ਨਾਗਰਿਕਤਾ ਮਿਲਣ ਤੋਂ ਅਗਲੇ 10 ਸਾਲ ਤੱਕ ਉਹਨਾਂ ਨੂੰ ਸਾਰੇ ਮੌਲਿਕ ਅਧਿਕਾਰ ਦਿੱਤੇ ਗਏ, ਪਰ ਉਹਨਾਂ ਵਿੱਚੋਂ ਉਹਨਾਂ ਨੂੰ ਵੋਟ ਪਾਉਣ ਦਾ ਹੱਕ ਨਹੀਂ ਦਿੱਤਾ ਗਿਆ। ਯਾਦ ਰੱਖਣਾ, ਉਹਨਾਂ ਨੂੰ ਸਾਰੇ ਮੌਲਿਕ ਅਧਿਕਾਰ ਦਿੱਤੇ ਗਏ ਜੋ ਆਮ ਭਾਰਤੀ ਨਾਗਰਿਕਾਂ ਨੂੰ ਸਨ ਜਾਂ ਹੈ, ਪਰ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਦਿੱਤਾ ਗਿਆ ਸੀ। ਦੋਸਤੋ, ਹੁਣ ਤੱਕ ਅਸੀਂ ਭਾਰਤ ਵਿੱਚ ਨਾਗਰਿਕਤਾ ਦਾ ਕੀ ਮਤਲਬ ਹੈ, ਸੰਵਿਧਾਨ ਲਾਗੂ ਕਰਨ ਸਮੇਂ ਕਿਹਨਾਂ ਲੋਕਾਂ ਨੂੰ ਭਾਰਤ ਦੇ ਨਾਗਰਿਕ ਮੰਨਿਆ ਗਿਆ, ਉਹ ਸਾਰੇ ਪ੍ਰੋਵੀਜ਼ਨਸ ਪੜ੍ਹੇ ਆਰਟੀਕਲ 5 ਤੋਂ ਲੈ ਕੇ 11 ਤੱਕ, ਅਤੇ ਉਸ ਤੋਂ ਬਾਅਦ ਨਾਗਰਿਕਤਾ ਐਕਟ 1955 ਜੋ ਬਣਿਆ ਉਸ ਦੇ ਅਧੀਨ ਕਿਸ ਤਰ੍ਹਾਂ ਭਾਰਤ ਦੀ ਨਾਗਰਿਕਤਾ ਹਾਸਲ ਕੀਤੀ ਜਾ ਸਕਦੀ ਹੈ ਉਸ ਬਾਰੇ ਪੜ੍ਹਿਆ। ਹੁਣ ਅੱਗੇ ਦੇਖਦੇ ਹਾਂ ਕਿ ਉਸ ਐਕਟ ਦੇ ਅਧੀਨ ਕਿਸੇ ਵਿਅਕਤੀ ਦੀ ਨਾਗਰਿਕਤਾ ਕਿਸ ਤਰ੍ਹਾਂ ਖਤਮ ਹੋ ਸਕਦੀ ਹੈ। ਸਿਟੀਜ਼ਨਸ਼ਿਪ ਐਕਟ 1955 ਦੇ ਅਨੁਸਾਰ ਕਿਸੇ ਵਿਅਕਤੀ ਦੀ ਨਾਗਰਿਕਤਾ 3 ਤਰੀਕਿਆਂ ਨਾਲ ਖਤਮ ਹੋ ਸਕਦੀ ਹੈ। ਫਿਰ ਚਾਹੇ ਉਹ ਨਾਗਰਿਕਤਾ 1955 ਦਾ ਜੋ ਨਾਗਰਿਕਤਾ ਐਕਟ ਹੈ ਉਸ ਦੇ ਅਧੀਨ ਮਿਲੀ ਹੋਏ, ਚਾਹੇ ਉਹ ਕੌਨਸਟੀਟਿਊਸ਼ਨ ਜੋ ਭਾਰਤੀ ਸੰਵਿਧਾਨ ਦੇ ਅਧੀਨ ਮਿਲੀ ਹੋਏ, ਉਹ ਖਤਮ ਹੋ ਸਕਦੀ ਹੈ। ਨਾਗਰਿਕਤਾ ਖਤਮ ਹੋਣ ਦਾ ਪਹਿਲਾ ਕਾਰਨ ਜਾਂ ਪਹਿਲਾ ਤਰੀਕਾ ਹੈ ਬਾਏ ਰਿਨੰਸੀਏਸ਼ਨ, ਮਤਲਬ ਖੁਦ ਅਗਰ ਕੋਈ ਵਿਅਕਤੀ ਆਪਣੀ ਨਾਗਰਿਕਤਾ ਦਾ ਤਿਆਗ ਕਰਦਾ ਹੈ। ਅਗਰ ਕੋਈ ਇੰਡੀਅਨ ਸਿਟੀਜ਼ਨ ਉਹ ਬਾਲਗ ਹੈ ਅਤੇ ਆਪਣੀ ਮਰਜ਼ੀ ਨਾਲ ਡਿਕਲੇਅਰ ਕਰਦਾ ਹੈ ਕਿ ਉਹ ਭਾਰਤ ਦੀ ਨਾਗਰਿਕਤਾ ਛੱਡ ਰਿਹਾ ਹੈ, ਤਾਂ ਉਸ ਦੇ ਡਿਕਲੇਰੇਸ਼ਨ ਦੀ ਡੇਟ ਤੋਂ ਹੀ ਉਸ ਦੀ ਨਾਗਰਿਕਤਾ ਖਤਮ ਹੋ ਜਾਂਦੀ ਹੈ। ਲੇਕਿਨ ਅਗਰ ਉਹ ਯੁੱਧ ਦੇ ਦਿਨਾਂ ਦੇ ਵਿੱਚ, ਮਤਲਬ ਅਗਰ ਭਾਰਤ ਕਿਸੇ ਯੁੱਧ ਵਿੱਚ ਇਨਵੋਲਵ ਹੈ, ਅਗਰ ਉਹਨਾਂ ਦਿਨਾਂ ਵਿੱਚ ਕੋਈ ਨਾਗਰਿਕ ਆਪਣੀ ਨਾਗਰਿਕਤਾ ਛੱਡਦਾ ਹੈ ਤਾਂ ਸੈਂਟਰਲ ਗੌਰਮੈਂਟ ਇਸ ਨੂੰ ਨਕਾਰ ਵੀ ਸਕਦੀ ਹੈ।
ਕਿਸੇ ਵਿਅਕਤੀ ਦੇ ਨਾਗਰਿਕਤਾ ਛੱਡਣ 'ਤੇ ਉਸ ਦੇ ਜੋ ਮਾਈਨਰ ਚਿਲਡਰਨ ਹੋਣਗੇ ਉਹਨਾਂ ਦੀ ਨਾਗਰਿਕਤਾ ਵੀ ਆਪਣੇ ਆਪ ਖਤਮ ਹੋ ਜਾਏਗੀ। ਪਰ ਉਹ ਮਾਈਨਰ ਮਤਲਬ ਉਹ ਛੋਟੇ ਬੱਚੇ ਜਦੋਂ ਬਾਲਗ ਹੋਣਗੇ, ਮਤਲਬ ਜਦੋਂ 18 ਸਾਲ ਦੀ ਉਮਰ ਦੇ ਹੋਣਗੇ, ਤਦ ਉਹ ਦੁਬਾਰਾ ਭਾਰਤ ਦੀ ਨਾਗਰਿਕਤਾ ਹਾਸਲ ਕਰ ਸਕਦੇ ਹਨ। ਦੂਜਾ ਤਰੀਕਾ ਜਾਂ ਦੂਜਾ ਕਾਰਨ ਹੈ ਬਾਈ ਟਰਮੀਨੇਸ਼ਨ। ਜਦੋਂ ਕੋਈ ਵਿਅਕਤੀ ਸਵੈ ਇੱਛਾ ਨਾਲ ਕਿਸੇ ਦੂਜੇ ਦੇਸ਼ ਦੀ ਨਾਗਰਿਕਤਾ ਹਾਸਲ ਕਰਦਾ ਹੈ ਤਾਂ ਭਾਰਤ ਦੀ ਨਾਗਰਿਕਤਾ ਉਸ ਦੀ ਆਟੋਮੈਟਿਕਲੀ ਖਤਮ ਹੋ ਜਾਂਦੀ ਹੈ। ਬੇਸ਼ੱਕ ਇਹ ਪ੍ਰੋਵੀਜ਼ਨ ਉਹਨਾਂ ਦਿਨਾਂ ਵਿੱਚ ਨਹੀਂ ਲਾਗੂ ਹੁੰਦਾ ਜਦੋਂ ਭਾਰਤ ਕਿਸੇ ਯੁੱਧ ਵਿੱਚ ਇਨਵੋਲਵ ਹੋਵੇ, ਤਦ ਕਿਸੇ ਵੀ ਨਾਗਰਿਕ ਦੀ ਨਾਗਰਿਕਤਾ ਖਤਮ ਨਹੀਂ ਹੁੰਦੀ, ਸਗੋਂ ਉਸ ਸਮੇਂ ਨੂੰ ਟਾਲ ਦਿੱਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਸ ਦੀ ਨਾਗਰਿਕਤਾ ਟਰਮੀਨੇਟ ਕੀਤੀ ਜਾ ਸਕਦੀ ਹੈ। ਤੀਜਾ ਅਤੇ ਆਖਰੀ ਜੋ ਤਰੀਕਾ ਜਾਂ ਕਾਰਨ ਹੈ ਨਾਗਰਿਕਤਾ ਖਤਮ ਹੋਣ ਦਾ, ਉਹ ਹੈ ਬਾਏ ਡੈਪਰੀਵੇਸ਼ਨ, ਮਤਲਬ ਕਿਸੇ ਕਮੀ ਕਰਕੇ। ਜਦੋਂ ਕਿਸੇ ਵਿਅਕਤੀ ਨੂੰ ਨੈਚੁਰਲਾਈਜੇਸ਼ਨ ਜਾਂ ਫਿਰ ਰਜਿਸਟ੍ਰੇਸ਼ਨ ਦੁਆਰਾ ਭਾਰਤ ਦੀ ਨਾਗਰਿਕਤਾ ਦਿੱਤੀ ਜਾਂਦੀ ਹੈ ਤਦ ਉਸ ਨੂੰ ਇੱਕ ਕਸਮ ਵੀ ਦਿੱਤੀ ਜਾਂਦੀ ਹੈ। ਅਗਰ ਉਹ ਵਿਅਕਤੀ ਭਾਰਤ ਦੇ ਅਨੁਸਾਰ ਨਹੀਂ ਰਹਿ ਰਿਹਾ ਤਦ ਉਸ ਦੀ ਨਾਗਰਿਕਤਾ ਖਤਮ ਕੀਤੀ ਜਾ ਸਕਦੀ ਹੈ। ਉਸ ਵਿਅਕਤੀ ਦੀ ਨਾਗਰਿਕਤਾ ਖਤਮ ਹੋਣ ਦੇ ਜੋ ਕਾਰਨ ਬਣਦੇ ਹਨ ਉਹ ਇਸ ਤਰ੍ਹਾਂ ਨੇ। ਅਗਰ ਉਹ ਵਿਅਕਤੀ ਬਾਅਦ ਵਿੱਚ ਪਾਇਆ ਜਾਂਦਾ ਹੈ ਕਿ ਉਸਨੇ ਜੋ ਭਾਰਤ ਦੀ ਨਾਗਰਿਕਤਾ ਹੈ ਉਹ ਫਰਾਡ ਵੇ ਨਾਲ ਹਾਸਲ ਕੀਤੀ ਹੋਵੇ, ਮਤਲਬ ਧੋਖਾਧੜੀ ਨਾਲ ਜਾਂ ਜਾਅਲੀ ਦਸਤਾਵੇਜ਼ ਪੇਸ਼ ਕਰਕੇ ਹਾਸਲ ਕੀਤੀ ਹੋਵੇ। ਦੂਜਾ, ਅਗਰ ਉਹ ਵਿਅਕਤੀ ਭਾਰਤ ਦੇ ਸੰਵਿਧਾਨ ਪ੍ਰਤੀ ਵਫਾਦਾਰੀ ਨਾ ਦਿਖਾਏ, ਭਾਰਤ ਦੇ ਸੰਵਿਧਾਨ ਦਾ ਆਦਰ ਨਾ ਕਰਦਾ ਹੋਏ, ਉਸ ਦੀ ਨਾਗਰਿਕਤਾ ਵੀ ਇਮੀਡੀਏਟਲੀ ਟਰਮੀਨੇਟ ਕਰ ਦਿੱਤੀ ਜਾਂਦੀ ਹੈ। ਉਸ ਤੋਂ ਇਲਾਵਾ ਅਗਰ ਕੋਈ ਵਿਅਕਤੀ ਗੈਰ ਕਾਨੂੰਨੀ ਢੰਗ ਨਾਲ ਕਿਸੇ ਵਪਾਰ ਵਿੱਚ ਸ਼ਾਮਲ ਹੈ ਜਾਂ ਸਮਗਲਿੰਗ ਵਿੱਚ ਸ਼ਾਮਲ ਹੈ ਜਾਂ ਕਿਸੇ ਦੁਸ਼ਮਣ ਦੇਸ਼ ਨੂੰ ਕੁਝ ਰਾਜ ਉਸ ਦੇਸ਼ ਦੇ ਮੁਹੱਈਆ ਕਰਵਾਉਂਦਾ ਹੈ, ਤਦ ਵੀ ਉਸ ਦੀ ਨਾਗਰਿਕਤਾ ਆਟੋਮੈਟਿਕਲੀ ਟਰਮੀਨੇਟ ਕਰ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਅਗਰ ਕੋਈ ਵਿਅਕਤੀ ਨੈਚੁਰਲਾਈਜੇਸ਼ਨ ਜਾਂ ਫਿਰ ਰਜਿਸਟ੍ਰੇਸ਼ਨ ਦੁਆਰਾ ਭਾਰਤ ਦੀ ਨਾਗਰਿਕਤਾ ਹਾਸਲ ਕਰਦਾ ਹੈ ਅਤੇ 5 ਸਾਲ ਦੇ ਵਿੱਚ ਉਸ ਨੂੰ ਕਿਸੇ ਦੇਸ਼ ਵਿੱਚ ਕੈਦੀ ਬਣਾ ਲਿਆ ਜਾਂਦਾ ਹੈ, ਤਦ ਵੀ ਉਸ ਦੀ ਉਹ ਕੈਦ ਦੀ ਜੋ ਵਕਤ ਹੈ ਉਹ ਘੱਟੋ ਘੱਟ 2 ਸਾਲ ਦਾ ਹੋਏ, ਤਦ ਵੀ ਉਸ ਦੀ ਨਾਗਰਿਕਤਾ ਖਤਮ ਕਰ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਜਦੋਂ ਕੋਈ ਵਿਅਕਤੀ ਆਰਡੀਨਰੀ ਕਿਸੇ ਦੂਜੇ ਦੇਸ਼ ਵਿੱਚ ਲਗਾਤਾਰ 7 ਸਾਲ ਰਹਿੰਦਾ ਹੈ ਪਰ ਉਸ ਕੋਲ ਨਾਗਰਿਕਤਾ ਭਾਰਤ ਦੀ ਹੈ ਤਾਂ ਉਸ ਦੀ ਨਾਗਰਿਕਤਾ ਖਤਮ ਕੀਤੀ ਜਾ ਸਕਦੀ ਹੈ। ਮਤਲਬ ਜਦੋਂ ਕੋਈ ਭਾਰਤ ਦੀ ਨਾਗਰਿਕਤਾ ਹਾਸਲ ਕਰਨ ਤੋਂ ਬਾਅਦ ਲਗਾਤਾਰ ਭਾਰਤ ਤੋਂ ਬਾਹਰ ਕਿਸੇ ਦੂਜੇ ਦੇਸ਼ ਵਿੱਚ ਰਹੇ ਤਾਂ ਉਸ ਦੀ ਭਾਰਤ ਦੀ ਨਾਗਰਿਕਤਾ ਆਟੋਮੈਟਿਕਲੀ ਖਤਮ ਕਰ ਦਿੱਤੀ ਜਾਏਗੀ। ਸੋ ਇਹ ਸੀ ਅੱਜ ਦਾ ਟੌਪਿਕ ਸਿਟੀਜ਼ਨਸ਼ਿਪ। ਅਗਲਾ ਟੌਪਿਕ ਲੈ ਕੇ ਜਲਦ ਹਾਜ਼ਰ ਹੋਵਾਂਗਾ। ਸੋ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋਗੇ। ਇਸ ਉਮੀਦ ਨਾਲ ਧੰਨਵਾਦ। ਜੈ ਹਿੰਦ, ਗੁੱਡ ਬਾਏ।